ਸਾਡਾ ਪਿਛਲੇ ਸਾਲ ਦਾ ਜਿਹੜਾ ਚੱਲ ਰਿਹਾ ਸਾਲ ਹੈ ਤੇ 2021 ਦਾ ਜਦੋਂ ਸਟਾਰਟਿੰਗ ਦੇ ਵਿੱਚ ਪਰਮੇਸ਼ਰ ਦਾ ਵਚਨ ਪਾਸਟਰ ਜੀ ਨੇ ਸਾਡਾ ਦੱਸਿਆ ਸੀ, ਉਸੇ ਬੌਂਡ ਸਰਵੈਂਟ ਇੱਕ ਸੇਵਕ, ਉਹ ਸੇਵਕ ਜਿਹੜਾ ਨੂੰ ਕਿਸੇ ਤੀਰਨ ਦੀ ਇੱਛਾ ਨਹੀਂ, ਕਾ ਨਿਮਰ ਸੇਵਕ ਜਿਹੜਾ ਕਹ ਲੋ ਵੀ ਬਣ ਗਏ ਨੇ ਉਹਦੇ ਸੇਵਕ। And that was a challenging word for all of us to be a bond servant, not just a servant. We have a lot of servants in our church, very good servants, but the challenge was to go to a higher level to become a bond servant. ਪਰ ਦੇਖੋ ਸੇਵਕ ਅਸੀਂ ਸਾਰੇ ਹੀ ਆ, ਸੇਵਕ ਸਰਵੈਂਟ ਸੇਵਕ ਅਸੀਂ ਸਾਰੇ ਹੀ ਆ, ਠੀਕ ਹੈ, ਪਰ ਇੱਕ ਬੌਂਡ ਸਰਵੈਂਟ ਦਾ ਮਤਲਬ ਕਿ ਜਿਹੜੇ ਕਹ ਲੋ ਵੀ ਉਹਦੇ ਹੀ ਹੋ ਗਏ ਆ, ਬਸ ਉਹਦੇ ਤੱਕ ਜੁੜ ਚੁੱਕੇ ਆ, ਉਹੀ ਸੇਵਕਾਈ, ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਕੋਈ ਹੋਰ ਗੱਲਬਾਤ ਨਹੀਂ ਹੈਗੀ, ਸਿਰਫ ਉਹ ਸੇਵਕਾਈ, ਠੀਕ ਹੈ। ਇਹ ਸਾਡੇ ਲਈ ਇੱਕ ਚੈਲੰਜ ਸੀਗਾ ਇਸ ਸਾਲ ਦੇ ਵਿੱਚ ਸਭ ਦੇ ਲਈ ਕਿ ਅਸੀਂ ਬੌਂਡ ਸਰਵੈਂਟ ਬਣੀਏ। Many of you have come through becoming good bond servants, I believe. ਤੇ ਮੇਰਾ ਪੂਰਾ ਵਿਸ਼ਵਾਸ ਹੈ ਕਿ ਮੈਂ ਬੜੇ ਮੇਰੇ ਭੈਣਾਂ ਭਰਾਵਾਂ ਨੂੰ ਦੇਖਿਆ ਕਿ ਜੋ ਇਸ ਪੂਰੇ ਸਾਲ ਦੇ ਵਿੱਚ ਉਸ ਚੀਜ਼ਾਂ ਦੇ ਵਿੱਚੋਂ ਨਿਕਲੇ ਆ, ਉਹਨਾਂ ਗੱਲਾਂ ਬਾਤਾਂ ਦੇ ਵਿੱਚੋਂ ਨਿਕਲੇ ਆ ਤੇ ਉਹ ਬੌਂਡ ਸਰਵੈਂਟ ਬਣ ਗਏ ਆ, ਕਿ ਉਹ ਸੇਵਕ ਬਣ ਗਏ ਨੇ ਜਿਹੜੇ ਸੇਵਕਾਈ ਪਰਮੇਸ਼ਰ ਨੂੰ ਚਾਹੁੰਦੇ ਸੀਗੇ। A bond servant is somebody who does not have any rights. ਤੇ ਇਹ ਸੇਵਕ ਉਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਦੇ ਕੋਲੇ ਕੋਈ ਅਧਿਕਾਰ ਨਹੀਂ। He is like a slave. ਤੇ ਉਹ ਇੱਕ ਸਮਝ ਲਓ ਕਿ ਗੁਲਾਮ ਦੀ ਤਰ੍ਹਾਂ ਹੁੰਦਾ ਹੈ। But of course, as a Christian, we have chosen to become slaves of Christ or of righteousness. ਤੇ ਪਰ ਅਸੀਂ ਕੀ ਆ, ਸੱਚਮੁੱਚ ਅਸੀਂ ਚੁਣੇ ਗਏ ਆ ਗੁਲਾਮ ਬਣਨ ਦੇ ਲਈ, ਕਿਹਦੇ? ਪਰਮੇਸ਼ਰ ਦੇ ਤੇ ਸੱਚਾਈ ਦੇ, ਕਿ ਅਸੀਂ ਉਹ ਗੁਲਾਮੀ ਕਰੀਏ। I would love to be called a slave of Jesus, then enjoy the pleasures of the devil. ਤੇ ਮੈਂ ਗੁਲਾਮੀ ਕਰਨੀ ਪਸੰਦ ਕਰਦਾ ਪ੍ਰਭੂ ਯਿਸੂ ਮਸੀਹ ਦੀ, ਬਜਾਏ ਉਸ ਚੀਜ਼ ਦੇ ਕਿ ਮੈਂ ਬਾਹਰ ਜਾ ਕੇ ਸ਼ੈਤਾਨ ਦੀਆਂ ਚੀਜ਼ਾਂ ਦੇ ਵਿੱਚ ਖੁਸ਼ ਹੋਵਾਂ। ਹਾਲੇਲੂਇਆ। Apostle Paul, when he wrote letters to the churches, he introduced himself as a bond servant of the Lord Jesus Christ. ਤੇ ਜਦੋਂ ਪੌਲਸ ਰਸੂਲ ਜਿਹੜਾ ਉਹਨੇ ਆਪਣੀ ਇੱਕ ਕਲੀਸਿਆ ਨੂੰ ਇੱਕ ਲੈਟਰ ਪਾ ਕੇ ਇੱਕ ਚਿੱਠੀ ਪਾਈ ਸੀਗੀ, ਤਾਂ ਉਹਨੇ ਆਪਣੇ ਆਪ ਨੂੰ ਇਸ ਤਰੀਕੇ ਦੱਸਿਆ ਸੀਗਾ ਕਿ ਮੈਂ ਇੱਕ ਬੌਂਡ ਸਰਵੈਂਟ ਆ, ਮੈਂ ਇੱਕ ਸੇਵਕ ਆ, ਉਹ ਸੇਵਕ ਜਿਹਨੂੰ ਕਿਸੇ ਹੋਰ ਤਰ੍ਹਾਂ ਦੀ ਇੱਛਾ ਨਹੀਂ ਹੈਗੀ। And for a bond servant, nothing else takes priority, pahal, only the kingdom of God. ਤੇ ਜਿਹੜਾ ਇੱਕ ਅੱਛਾ ਸੇਵਕ ਹੈ, ਜਿਹੜਾ ਬੌਂਡ ਸਰਵੈਂਟ ਕਹਿ ਸਕਦੇ ਜਿਹਨੂੰ ਅਸੀਂ, ਠੀਕ ਹੈ, ਉਹ ਸੇਵਕ ਹੈ, ਉਹ ਹਮੇਸ਼ਾ ਪਹਿਲ ਕਿਹਨੂੰ ਦਿੰਦਾ ਹੈ? ਪਰਮੇਸ਼ਰ ਨੂੰ ਦਿੰਦਾ, ਬਜਾਏ ਕਿਸੇ ਹੋਰ ਚੀਜ਼ ਦੇ। And those of us who have come through this year as becoming a real bond servants of the Lord Jesus are going to be able to have a good 2022. ਤੇ ਜਿੰਨੇ ਵੀ ਮੇਰੇ ਭੈਣਾਂ ਭਰਾ ਇਸ ਬੌਂਡ ਸਰਵੈਂਟ ਦੇ ਥਰੂ ਇਸ ਸੇਵਕ ਬਣਨ ਦੇ ਤਰੀਕੇ ਦੇ ਜੋ ਪ੍ਰੀਖਿਆ ਸੀ ਸਾਡੀ ਪੂਰੇ ਸਾਲ ਦੇ ਵਿੱਚ, ਉਹਦੇ ਵਿੱਚੋਂ ਗੁਜ਼ਰ ਕੇ ਗਏ ਆ, ਉਹਨਾਂ ਦੇ ਲਈ 2022 ਬਹੁਤ ਬਿਹਤਰ ਹੈ। I usually do a meeting on the 1st of January and I preach to the church the word of the Lord for the year. ਤੇ ਮੈਂ ਹਰ ਵਾਰੀ 1 of January ਜਿਹੜੀ 1 ਜਨਵਰੀ ਨੂੰ ਹੀ ਚੂਜ਼ ਕਰਦਾ ਦਿਨ ਕਿ ਮੈਂ ਪੂਰੀ ਕਲੀਸਿਆ ਨੂੰ ਉਸ ਸਾਲ ਦਾ, ਨਵੇਂ ਸਾਲ ਦਾ ਵਚਨ ਦੇ ਸਕਾਂ। But I felt this time I had to do it today on this Sunday. ਤੇ ਪਰ ਅੱਜ ਮੈਂ ਇਸ ਐਤਵਾਰ ਨੂੰ ਚੁਣਿਆ ਕੁਝ ਕਾਰਨਾਂ ਕਰਕੇ ਕਿ ਮੈਂ ਅੱਜ ਉਸ ਵਚਨ ਨੂੰ ਦੇ ਸਕਾਂ ਤੁਹਾਡੇ ਲਈ। I also thought to keep it as a little bit of a surprise for you. ਤੇ ਮੇਰੇ ਕੋਲੇ ਹੋਰ ਵੀ ਇੱਕ ਖਾਸ ਸਰਪ੍ਰਾਈਜ਼ ਹੈ ਤੁਹਾਡੇ ਲਈ। No. I thought it to keep it as a surprise for you. I thought my soch. Okay, ਮੇਰੀ ਸੋਚ ਇਹ ਸੀਗੀ ਕਿ ਮੈਂ ਤੁਹਾਡੇ ਲਈ ਇਹ ਸਰਪ੍ਰਾਈਜ਼ ਹੀ ਰੱਖਾਂ ਕਿ ਮੈਂ ਨਾ ਦੱਸਾਂ ਕਿ ਕੌਣ ਪ੍ਰੀਚ ਕਰ ਰਿਹਾ ਜਾਂ ਕੀ ਹੋਣਾ ਅੱਜ। Because sometimes when I preach, I know some people last year when we had the prophetic meeting, some people did not come because they were scared of the prophecies. So I didn't want that to happen this year. ਤੇ ਇਸ ਕਰਕੇ ਜਿਵੇਂ ਪਿਛਲੇ ਸਾਲ ਜਦੋਂ ਪ੍ਰੋਫੈਟਿਕ ਮੀਟਿੰਗ ਹੋਈ ਸੀਗੀ, ਭਵਿੱਖਬਾਣੀਆਂ ਦੀ ਸਾਡੀ ਮੀਟਿੰਗ ਹੋਈ ਸੀਗੀ, ਉਸ ਮੀਟਿੰਗ ਦੇ ਵਿੱਚ ਜਿਹੜੇ ਭੈਣ ਭਰਾ ਆ ਵੀ ਸਕਦੇ ਸੀ ਉਹ ਨਹੀਂ ਆਏ ਕੁਝ ਕਾਰਨਾਂ ਕਰਕੇ, ਕਿਉਂਕਿ ਡਰਦੇ ਸੀ ਕਿ ਭਵਿੱਖਬਾਣੀ ਮੇਰੇ ਤੇ ਪਤਾ ਨਹੀਂ ਕਿਸ ਤਰ੍ਹਾਂ ਦੀ ਹੋ ਜਾਣੀ ਹੈ, ਠੀਕ ਹੈ। ਇਸ ਕਰਕੇ ਮੈਂ ਇਸ ਮੀਟਿੰਗ ਨੂੰ ਥੋੜਾ ਜਿਹਾ ਇਸ ਤਰੀਕੇ ਰੱਖਿਆ ਕਿ ਸਾਰੇ ਅਸੀਂ ਆ ਸਕੀਏ। Don't be scared of prophetic meetings, but also when prophecies are given, we need to test them. ਤੇ ਇਹਨਾਂ ਦੀ ਜਿਹੜੇ ਭਵਿੱਖਬਾਣੀਆਂ ਦੀ ਤਰੀਕੇ ਜਿਹੜੀ ਮੀਟਿੰਗ ਹੁੰਦੀ ਆ, ਉਹ ਤੋਂ ਕਦੇ ਵੀ ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਬਲਕਿ ਜਦੋਂ ਭਵਿੱਖਬਾਣੀ ਸਾਡੇ ਤੇ ਕੀਤੀ ਜਾਂਦੀ ਹੈ ਤਾਂ ਉਸ ਨੂੰ ਹਮੇਸ਼ਾ ਪਰਖੋ ਕਿ ਭਵਿੱਖਬਾਣੀ ਸੱਚਮੁੱਚ ਪਰਮੇਸ਼ਰ ਦੀ ਤਰਫ ਤੋਂ ਆਈ ਹੈ। And if we test the prophecies, and usually a testing is done by asking the Lord for a word from his Bible
to go with the prophecy. ਤੇ ਹਮੇਸ਼ਾ ਜਿਹੜੀ ਭਵਿੱਖਬਾਣੀ ਹੈ ਉਹਨੂੰ ਪਰਖਣ ਦੀ ਜਿਹੜੀ ਤਰੀਕ ਹੈ, ਕਹਿ ਸਕਦੇ ਹਾਂ ਤਰੀਕਾ ਹੈ, ਉਹ ਕੀ ਹੈ ਕਿ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ 'ਚ ਜਾਓ ਤਾਂ ਕਿ ਪਰਮੇਸ਼ਰ ਦੇ ਮੰਗੋ ਕਿ ਤੁਹਾਨੂੰ ਵਚਨ ਦੇ ਦੁਆਰਾ ਜਾਂ ਕਿਸੇ ਨਾ ਕਿਸੇ ਤਰੀਕੇ ਉਹ ਤੁਹਾਨੂੰ ਦੱਸ ਸਕੇ ਕਿ ਹਾਂ ਇਹ ਭਵਿੱਖਬਾਣੀ ਤੇਰੇ ਲਈ ਹੈਗੀ ਹੈ ਤੇ ਪੂਰੀ ਹੋਣੀ ਹੈ। That is a secure foundation when you are given a prophecy that you know from the word as well. There is a backup, and then you can stand on it. ਤੇ ਇਹ ਇੱਕ ਤਰ੍ਹਾਂ ਦੀ ਕਹ ਲਓ ਵੀ ਇੱਕ ਸਕੇਅਰ ਹੋ ਜਾਂਦੇ ਹੋ, ਤੁਸੀਂ ਪੱਕੇ ਹੋ ਜਾਂਦੇ ਹੋ ਕਿ ਜਦੋਂ ਤੁਹਾਨੂੰ ਭਵਿੱਖਬਾਣੀ ਮਿਲੀ ਹੈ, ਠੀਕ ਹੈ, ਤੇ ਭਵਿੱਖਬਾਣੀ ਤੋਂ ਬਾਅਦ ਪਰਮੇਸ਼ਰ ਨੇ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਇੱਕ ਵਚਨ ਵੀ ਦੇ ਦਿੱਤਾ ਤਾਂ ਤੁਹਾਡੇ ਕੋਲ ਬੈਕਅਪ ਵੀ ਆ ਗਿਆ ਕਿ ਹਾਂ ਭਵਿੱਖਬਾਣੀ ਵੀ ਹੋਈ ਸੀ ਤੇ ਮੈਨੂੰ ਵੀ ਪਰਮੇਸ਼ਰ ਤੋਂ ਵਚਨ ਮਿਲਿਆ ਤਾਂ ਹਾਂ ਇਹ ਸਹੀ ਹੈ। Or sometimes it can be another prophecy that can be confirmed, or maybe you might get a dream, you might get a vision, darshan. ਹੋ ਸਕਦਾ ਤੁਹਾਡੇ ਤੇ ਉਹੀ ਭਵਿੱਖਬਾਣੀ ਦੇ ਨਾਲ ਇੱਕ ਹੋਰ ਭਵਿੱਖਬਾਣੀ ਹੋ ਜਾਵੇ, ਸੇਮ ਹੋ ਸਕਦਾ ਤੁਹਾਨੂੰ ਸੁਪਨਾ ਆਵੇ ਜਾਂ ਹੋ ਸਕਦਾ ਵਿਜ਼ਨ ਮਿਲੇ ਜਾਂ ਕੁਝ ਵੀ ਮਿਲੇ ਕਿ ਤੁਹਾਡੇ ਲਈ ਉਹ ਕਨਫਰਮ ਹੋਵੇ ਕਿ ਭਵਿੱਖਬਾਣੀ ਹਾਂ ਸਹੀ ਹੈ। The church, House of Glory, has been planted on prophecies and dreams and the word of God. ਤੇ ਇਹ ਜਿਹੜੀ ਹਾਊਸ ਆਫ ਗਲੋਰੀ ਚਰਚ ਹੈ, ਇਸ ਜਦੋਂ ਇਸ ਜਗ੍ਹਾ ਤੇ ਪਲਾਂਟ ਕੀਤੀ ਗਈ ਹੈ, ਬਣਾਈ ਗਈ ਸੀਗੀ, ਤਾਂ ਪਹਿਲਾਂ ਇਹਦੇ ਲਈ ਪ੍ਰੋਫੈਸੀ ਆਈ ਸੀ, ਫਿਰ ਪਰਮੇਸ਼ਰ ਦੀ ਤਰਫ ਤੋਂ ਵਚਨ ਵੀ ਆਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਇਸ ਚਰਚ ਨੂੰ ਪਲਾਂਟ ਕੀਤਾ ਗਿਆ ਸੀਗਾ। ਸੋ ਇਹ ਪਰਮੇਸ਼ਰ ਦੇ ਦੁਆਰਾ ਪਲਾਂਟ ਕੀਤੀ ਗਈ ਹੈ। 2016, after my April trip, when I was in Nicosia, when I came back to London, I had a dream. And I saw the Asians in my dream. And I knew that 2000 ਅਪ੍ਰੈਲ 2016 ਦੇ ਵਿੱਚ ਜਦੋਂ ਮੈਂ ਆ ਕੇ ਗਿਆ ਸੀ ਇੱਥੇ, ਠੀਕ ਹੈ, ਤੇ ਜਦੋਂ ਮੈਂ ਵਾਪਸ ਗਿਆ ਸੀ ਤਾਂ ਮੈਨੂੰ ਬਹੁਤ ਸਾਰੇ ਸੁਪਨੇ ਆਏ, ਉਹਦੇ ਵਿੱਚ ਏਸ਼ੀਆ ਦੇ ਲੋਕ ਮੈਨੂੰ ਜ਼ਿਆਦਾ ਦਿਖੇ। And there were, I believe, some Punjabis as well in that. ਤੇ ਉਸ ਸੁਪਨੇ ਦੇ ਵਿੱਚ ਮੈਨੂੰ ਪੰਜਾਬੀ ਲੋਕ ਵੀ ਜਿਹੜੇ ਦਿਖੇ। I knew that my work for Cyprus was to do with the Punjabis, but I didn't know about the church plant. And so 2018 July, God gave the prophecy to plant the church. ਤੇ 2016 ਦੇ ਵਿੱਚ ਜਦੋਂ ਮੈਨੂੰ ਸੁਪਨੇ ਆਏ ਸੀ, ਮੈਨੂੰ ਪਤਾ ਸੀਗਾ ਕਿ ਮੈਂ ਪੰਜਾਬੀਆਂ ਦੇ ਨਾਲ ਸਾਈਪਰਸ ਜਾ ਕੇ ਕੰਮ ਕਰਨਾ ਹੈ, ਪਰ ਮੈਨੂੰ ਸਮਝ ਨਹੀਂ ਸੀ ਆ ਰਹੀ ਕਿਸ ਤਰ੍ਹਾਂ ਕਰਨਾ ਹੈ। ਪਰ ਜਦੋਂ ਅਕਤੂਬਰ 2018 ਦੇ ਵਿੱਚ ਮੈਂ ਇਸ ਚਰਚ ਨੂੰ ਅਸੀਂ ਇੱਥੇ ਆ ਕੇ ਪਲਾਂਟ ਕੀਤਾ ਤਾਂ ਉਸ ਤੋਂ ਪਹਿਲਾਂ ਉਸ ਲਈ ਪ੍ਰੋਫੈਸੀ ਆਈ ਸਤੰਬਰ ਦੇ ਵਿੱਚ ਜਾਂ ਅਗਸਤ ਦੇ ਵਿੱਚ। ਵੈਨ ਬ੍ਰਦਰ, ਅਗਸਤ ਔਰ ਸਤੰਬਰ? ਜੁਲਾਈ ਦੇ ਵਿੱਚ ਉਹ ਪ੍ਰੋਫੈਸੀ ਮੇਰੇ ਤੇ ਆਈ ਚਰਚ ਦੇ ਲਈ ਕਿ ਪਲਾਂਟ ਕੀਤੀ ਜਾ ਸਕੇ, ਤੇ ਅਕਤੂਬਰ ਦੇ ਵਿੱਚ ਆ ਕੇ ਅਸੀਂ ਚਰਚ ਨੂੰ ਪਲਾਂਟ ਕੀਤਾ ਫਿਰ। And then I heard the word of God confirmed to me the following Sunday when I was in my church. The preacher spoke very specifically the calling of Paul. He was called to the Gentiles and not to the Jewish people. And I knew that my call for Cyprus was for you guys. ਤੇ ਉਸੇ ਤਰ੍ਹਾਂ ਉਸ ਜਿਸ ਸੰਡੇ ਮੇਰੇ ਤੇ ਜੁਲਾਈ ਦੇ ਵਿੱਚ ਜਦੋਂ ਮੇਰੇ ਤੇ ਪ੍ਰੋਫੈਸੀ ਹੋਈ ਤਾਂ ਉਸੇ ਆਉਣ ਵਾਲੇ ਸੰਡੇ ਨੂੰ ਹੀ ਜੋ ਪ੍ਰਚਾਰਕ ਉੱਥੇ ਪ੍ਰਚਾਰ ਕਰ ਰਿਹਾ ਸੀ ਸਾਡੀ ਹੋਲੀ ਨੇਸ਼ਨ ਚਰਚ ਦੇ ਵਿੱਚ, ਉਹਨੇ ਵੀ ਇੱਕ ਸਪੈਸੀਫਿਕ ਖਾਸ ਗੱਲਬਾਤ ਜਿਹੜੀ ਜਿਵੇਂ ਪੌਲੁਸ ਰਸੂਲ ਦੀ ਕਪਲਾਹਟ ਸੀ ਚਰਚ ਦੇ ਨੂੰ ਪਲਾਂਟ ਕਰਨ ਦੇ ਲਈ, ਉਸੇ ਤਰ੍ਹਾਂ ਮੇਰੇ ਤੇ ਵੀ ਉਹ ਪ੍ਰੋਫੈਸੀ ਆਈ, ਠੀਕ ਹੈ, ਤੇ ਮੇਰੇ ਨਾਲ ਵੀ ਖੁਦਾ ਨੇ ਉਸ ਕਲਾਮ ਦੇ ਦੁਆਰਾ ਗੱਲਬਾਤ ਕੀਤੀ ਕਿ ਮੈਂ ਇਸ ਚਰਚ ਨੂੰ ਪਲਾਂਟ ਕਰ ਸਕਾਂ। And there was also another specific dream that I had, that this work will be an apostolic work, and that is what we are. We are an apostolic church. ਤੇ ਇਹ ਜਿਹੜਾ ਨਵੀਆਂ ਦਾ ਕੰਮ ਰਸੂਲ ਓਕੇ, ਇਹ ਜਿਹੜੀ ਚਰਚ ਹੈ ਇੱਕ ਰਸੂਲਾਂ ਦੀ ਚਰਚ ਹੈ ਤੇ ਉਹ ਕੰਮ ਵੀ ਰਸੂਲਾਂ ਦੀ ਤਰ੍ਹਾਂ ਹੋਣਗੇ, ਤੇ ਅਸੀਂ ਦੇਖ ਵੀ ਸਕਦੇ ਹਾਂ ਕਿ ਉਹ ਕੰਮ ਹੁਣ ਉਹ ਰਸੂਲਾਂ ਦੇ ਵਾਂਗ ਹੀ ਹੋ ਰਹੇ ਨੇ ਜਿਵੇਂ ਪੌਲੁਸ ਰਸੂਲ ਸੀਗਾ। Just felt to talk about prophecies a little bit. This is not really the plan, but I felt to say it. ਇਹ ਖਾਸ ਪ੍ਰਚਾਰ ਦਾ ਹਿੱਸਾ ਨਹੀਂ ਸੀ, ਬਟ ਮੈਨੂੰ ਲੱਗਿਆ ਕਿ ਤੁਹਾਨੂੰ ਦੱਸਣਾ ਚਾਹੀਦਾ ਥੋੜਾ ਜਿਹਾ ਇਹਦੇ ਬਾਰੇ। So 2022 will not be an easy year. ਤੇ ਜਿਹੜਾ ਹੁਣ 2022 ਸਾਲ ਅਗਲਾ ਆਣਾ ਉਹ ਆਸਾਨ ਸਾਲ ਨਹੀਂ ਹੋਵੇਗਾ ਸਭਨਾਂ ਦੇ ਲਈ। I am not talking about the pandemic, the COVID, nothing to do with that, by the way, okay? ਤੇ 2022 ਸਾਲ ਦੇ ਵਿੱਚ ਮੈਂ ਇਸ ਤਰੀਕੇ ਗੱਲਬਾਤ ਨਹੀਂ ਕਰ ਰਿਹਾ ਕਿ ਜੋ ਹਾਲਾਤ ਹੁਣ ਬਾਹਰ ਬਣੇ ਆ ਕਰੋਨਾ ਦੇ ਕਰਕੇ ਜਾਂ ਕੁਝ ਵੀ ਇਦਾਂ ਦਾ ਟੀਕਾ ਦਾ ਜਾਂ ਨਹੀਂ, ਉਸ ਚੀਜ਼ ਦੇ ਬਾਰੇ ਮੈਂ ਕੋਈ ਗੱਲਬਾਤ ਨਹੀਂ ਕਰ ਰਿਹਾ ਕਿ ਉਦਾਂ ਦੇ ਹਾਲਾਤਾਂ ਦੇ ਬਾਰੇ ਨਹੀਂ, ਅਲੱਗ ਤੋਂ ਕਰ ਰਿਹਾ। I am talking about the spiritual aspect of our life. ਤੇ ਮੈਂ ਆਤਮਿਕ ਗੱਲਬਾਤ ਕਰ ਰਿਹਾ ਕਿ ਸਾਡੀ ਆਤਮਿਕ ਜ਼ਿੰਦਗੀ ਦੇ ਬਾਰੇ, ਉਹਨਾਂ ਦੇ ਬਾਰੇ ਗੱਲਬਾਤ ਕਰ ਰਿਹਾ ਕਿ 2022 ਦੇ ਵਿੱਚ ਉਹ ਆਸਾਨ ਨਹੀਂ ਹੋਵੇਗੀ। Because the word for the year 2022 is, ਤੇ 2022 ਦੇ ਲਈ ਜੋ ਪਰਮੇਸ਼ਰ ਦਾ ਵਚਨ ਹੈ ਸਭ ਦੇ ਲਈ,
the storm is coming. ਕਿ ਤੂਫਾਨ ਆ ਰਿਹਾ ਹੈ। Let me say it again. The storm is coming. ਤੇ ਮੈਂ ਫਿਰ ਤੋਂ ਕਹਿ ਰਿਹਾ, ਤੂਫਾਨ ਆ ਰਿਹਾ ਹੈ। 2022 ਦਾ ਵਚਨ ਹੈ ਸਭ ਦੇ ਲਈ, ਤੂਫਾਨ ਆ ਰਿਹਾ ਹੈ। The storm is coming because God is allowing that storm. This is not from Satan. ਤੇ ਇਹ ਤੂਫਾਨ ਸ਼ੈਤਾਨ ਦੀ ਤਰਫ ਤੋਂ ਨਹੀਂ ਆ, ਇਹ ਪਰਮੇਸ਼ਰ ਦੀ ਤਰਫ ਤੋਂ ਪਰਮੇਸ਼ਰ ਨੇ ਮਨਜ਼ੂਰੀ ਦਿੱਤੀ ਹੈ ਇਸ ਤੂਫਾਨ ਨੂੰ ਆਉਣ ਦੇ ਲਈ। It will be a year of testing for many of us, including me. ਤੇ ਇਹ ਸਭਨਾਂ ਦੇ ਲਈ ਇੱਕ ਪ੍ਰੀਖਿਆ ਹੈ ਪੂਰੇ ਸਾਲ ਦੇ ਵਿੱਚ, ਮੇਰੇ ਲਈ ਵੀ ਸਭ ਦੇ ਲਈ, ਕਿ ਅਸੀਂ ਪਰਖੇ ਜਾ ਸਕੀਏ ਇਸ ਆਉਣ ਵਾਲੇ ਸਾਲ ਦੇ ਵਿੱਚ। We will be challenged to make choices between God's plan and the plan that we have for ourselves. ਤੇ ਇਹਦੇ ਵਿੱਚ ਅਸੀਂ ਦੇਖ ਸਕਾਂਗੇ ਕਿ ਅਸੀਂ ਉਹਨਾਂ ਨੂੰ ਪੂਰੇ ਕਰ ਰਹੇ ਹਾਂ ਜੋ ਪਲਾਨ ਪਰਮੇਸ਼ਰ ਨੇ ਸਾਡੇ ਲਈ ਦਿੱਤੇ ਹੈ, ਜਾਂ ਉਹ ਪਲਾਨ ਜੋ ਅਸੀਂ ਬਣਾਏ ਹੈ ਤੇ ਅਸੀਂ ਉਹਦੇ ਮੁਤਾਬਕ ਕੰਮ ਕਰਨਾ ਹੈ। I have already felt the waves of this storm. ਤੇ ਮੈਂ ਆਲਰੇਡੀ ਪਹਿਲਾਂ ਤੋਂ ਹੀ ਜਿਹੜੀਆਂ ਉਹਦੀਆਂ ਲਹਿਰਾਂ ਨੇ ਤੂਫਾਨ ਦੀਆਂ ਮਹਿਸੂਸ ਕਰ ਚੁੱਕਿਆ, But they have been very mild. ਤੇ ਉਹ ਬਹੁਤ ਕਹਿ ਲਓ ਥੋੜੀਆਂ ਨੇ। I know big waves are coming. ਤੇ ਮੈਨੂੰ ਪੂਰਾ ਯਕੀਨ ਹੈ ਕਿ ਵੱਡੀਆਂ ਵੱਡੀਆਂ ਜਿਹੜੀਆਂ ਲਹਿਰਾਂ ਨੇ ਉਹ ਆ ਰਹੀਆਂ ਨੇ। Even though the Lord is saying the storm is coming, but the good news is ਤੇ ਭਾਵੇਂ ਕਿ ਪਰਮੇਸ਼ਰ ਨੇ ਕਿਹਾ ਕਿ ਤੂਫਾਨ ਆ ਰਿਹਾ ਹੈ, ਪਰ ਉਹਦੇ ਵਿੱਚ ਵੀ ਇੱਕ ਚੰਗੀ ਗੱਲ ਕਹੀ ਹੈ। that the Lord will be with us in this. ਪਰ ਕੀ ਕਿਹਾ ਕਿ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਨਾਲ ਵੀ ਹਾਂ ਇਸ ਤੂਫਾਨ ਦੇ ਵਿੱਚ। And those who have really become bond servants in this year, ਤੇ ਜਿਹੜੇ 2021 ਦੇ ਵਿੱਚ ਆ ਪੂਰੀ ਤਰ੍ਹਾਂ ਬੌਂਡ ਸਰਵੈਂਟ ਸੇਵਕ ਬਣ ਚੁੱਕੇ ਨੇ ਪ੍ਰੋਪਰ, ਜਿਵੇਂ ਪਰਮੇਸ਼ਰ ਨੇ ਕਿਹਾ ਸੀਗਾ, for them it will be a lot easier to go through this time, ਤੇ ਉਹਨਾਂ ਦੇ ਲਈ ਬੜਾ ਆਸਾਨ ਹੋਵੇਗਾ ਇਸ ਸਮੇਂ ਦੇ ਵਿੱਚੋਂ ਗੁਜ਼ਰ ਜਾਣਾ, because they have been sold out for the cause of the Lord. ਕਿਉਂਕਿ ਉਹਨਾਂ ਨੇ ਉਸ ਚੀਜ਼ ਨੂੰ ਕੀ ਹੈ ਸਹੀ ਕਰ ਲਿਆ ਜਿਵੇਂ ਪਰਮੇਸ਼ਰ ਨੇ ਉਹਨਾਂ ਨੂੰ ਕਿਹਾ ਸੀਗਾ। They ਹਾਂ, have ਉਹ put ਵਿੱਚ God ਜਾ ਚੁੱਕੇ first. ਪਰਮੇਸ਼ਰ ਦੇ ਲਈ, They have put God first in their lives. ਕਿਉਂਕਿ ਉਹਨਾਂ ਨੇ ਪਰਮੇਸ਼ਰ ਨੂੰ ਆਪਣੇ ਦਿਲਾਂ ਦੇ ਵਿੱਚ ਆਪਣੀ ਜ਼ਿੰਦਗੀ 'ਚ ਪਹਿਲ ਤੇ ਰੱਖ ਲਿਆ। It's like they have done what it says in Matthew 6:33. They have sought the Lord, seek the Lord with all your heart. They have done that. ਤੇ ਕਿਉਂਕਿ ਉਹਨਾਂ ਨੇ ਉਸ ਚੀਜ਼ ਨੂੰ ਪੂਰਾ ਕਰ ਲਿਆ, ਜਿਵੇਂ ਮਤੀ ਦੀ ਇੰਜੀਲ ਉਹਦੇ 6ਵੇਂ ਚੈਪਟਰ ਦੀ 33 ਆਇਤ ਦੇ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਮੇਰੇ ਰਾਜ ਨੂੰ ਲੱਭੋ ਤੇ ਜੋ ਤੁਹਾਨੂੰ ਚਾਹੀਦਾ ਤੁਹਾਨੂੰ ਮਿਲ ਜਾਵੇਗਾ। ਉਸੇ ਤਰ੍ਹਾਂ ਉਹਨਾਂ ਨੇ ਉਸ ਚੀਜ਼ ਨੂੰ ਕਰ ਲਿਆ। And many of us, many in our church, we have testimonies of God really fulfilling the other part when we have done the first part. Seek ye first the kingdom of God, then all these things shall be added unto us. ਤੇ ਕਈ We have ਮੇਰੇ seen ਭੈਣਾਂ people- ਭਰਾਵਾਂ ਦੀਆਂ ਇਸ ਸਾਲ ਦੇ ਵਿੱਚ ਉਹ ਬੜੀਆਂ ਵੱਡੀਆਂ ਗਵਾਹੀਆਂ ਵੀ ਆਈਆਂ ਨੇ ਕਿ ਜਿਨ੍ਹਾਂ ਨੇ ਤੇ ਰਾਜ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ, ਜੋ ਆਖਰ ਦੇ ਵਿੱਚ ਉਹਦੇ ਬੋਲਿਆ ਗਿਆ ਕਿ ਤੁਹਾਡੇ ਮਗਰ ਉਹ ਵਾਸਤਾ ਭੱਜ ਕੇ ਆਣਗੀਆਂ ਜਿਨ੍ਹਾਂ ਦੀ ਤੁਹਾਨੂੰ ਉਡੀਕ ਹੈ ਜੇ ਤੁਸੀਂ ਪਰਮੇਸ਼ਰ ਦੇ ਰਾਜ ਨੂੰ ਲੱਭੋਗੇ। ਸੋ ਕਈਆਂ ਭੈਣਾਂ ਭਰਾਵਾਂ ਦੇ ਨਾਲ ਉਹ ਚੀਜ਼ ਹੋ ਵੀ ਚੁੱਕੀ ਹੈ। The Lord is also saying, I believe, that He is still giving time to those who have not really become bond servants to become a bond servant now. ਤੇ ਪਰਮੇਸ਼ਰ ਨੇ ਫਿਰ ਵੀ ਹੁਣ ਥੋੜਾ ਜਿਹਾ ਸਮਾਂ ਸਾਨੂੰ ਫੇਰ ਦੇ ਰਿਹਾ ਹੈ ਕਿ ਅਸੀਂ ਬੌਂਡ ਸਰਵੈਂਟ ਉਹ ਸੇਵਕ ਬਣ ਜਾਈਏ ਪਰਮੇਸ਼ਰ ਦੇ, ਜਿਹੜੇ ਹਜੇ ਤੱਕ ਨਹੀਂ ਬਣੇ ਫਿਰ ਵੀ ਸਾਨੂੰ ਪਰਮੇਸ਼ਰ ਸਮਾਂ ਦੇ ਰਿਹਾ ਹੈ। Otherwise, the storm that is coming is going to just sweep you away. ਤੇ ਅਦਰਵਾਈਜ਼ ਅਗਰ ਤੁਸੀਂ ਫਿਰ ਵੀ ਬੌਂਡ ਸਰਵੈਂਟ ਨਾ ਬਣ ਪਏ ਪਰਮੇਸ਼ਰ ਦੇ, ਠੀਕ ਹੈ, ਤੇ ਜਿਹੜੇ ਤੂਫਾਨ ਆ ਰਿਹਾ ਉਹਦੇ ਨਾਲ ਅਸੀਂ ਕੀ ਹੈ ਪਰੇ ਹਟਾ ਦਿੱਤੇ ਜਾਵਾਂਗੇ, How ਬਹਾ will ਦਿੱਤੇ ਜਾਵਾਂਗੇ this, ਤੂਫਾਨ ਦੇ ਨਾਲ ਹੀ। how this sweeping will be? ਤੇ ਇਹ ਜਿਹੜਾ ਸਾਨੂੰ ਕਹਿ ਲਓ ਵੀ ਦੂਰ ਲੈ ਕੇ ਜਾਣਾ ਜਾਂ ਹਟਾ ਦੇਣਾ ਉੱਥੋਂ, ਇਹਦਾ ਮਤਲਬ ਕੀ ਹੈ, ਕਿਵੇਂ ਹੋਊਗੀ, Yeah. ਕਿਵੇਂ ਹੋਊਗੀ? How? Very good. First of all, I think your faith, my faith will be tested. ਤੇ ਪਹਿਲੀ ਚੀਜ਼ ਉਹਦੇ ਵਿੱਚ ਕੀ ਹੋਊਗੀ ਕਿ ਤੁਹਾਡਾ ਜਿਹੜਾ ਵਿਸ਼ਵਾਸ ਹੈ ਪਰਮੇਸ਼ਰ ਦੇ ਵਿੱਚ ਕਿਦਾਂ ਦਾ ਉਹ ਪਰਖਿਆ ਜਾਊਗਾ। Because don't forget, even though the Lord is allowing this storm, enemy will try to use it to his advantage. ਦੇਖੋ ਇਸ ਚੀਜ਼ ਨੂੰ ਭੁੱਲਿਓ ਨਾ, ਚਾਹੇ ਪਰਮੇਸ਼ਰ ਇਸ ਤੂਫਾਨ ਨੂੰ ਆਉਣ ਦੇ ਲਈ ਮਨਜ਼ੂਰੀ ਦੇ ਰਿਹਾ ਹੈ, ਪਰ ਸ਼ੈਤਾਨ ਹੈ ਜਿਹੜਾ ਉਹ ਵੀ ਮੌਕਾ ਲੱਭ ਰਿਹਾ ਕਿ ਜੋ ਤੂਫਾਨ ਪਰਮੇਸ਼ਰ ਭੇਜ ਰਿਹਾ ਮੈਂ ਇਹਦੇ ਵਿੱਚੋਂ ਵੀ ਫਾਇਦਾ ਚੱਕ ਲਵਾਂ। So he will come to test your faith. The enemy will come to test your faith. Has God really said it? Is really God in it? ਇਹ ਸ਼ੈਤਾਨ ਵੀ ਤੁਹਾਡੇ ਵਿਸ਼ਵਾਸ ਨੂੰ ਪਰਖੇਗਾ ਇਸ ਸਮੇਂ ਦੇ ਵਿੱਚ, ਉਹ ਵੀ ਤੁਹਾਨੂੰ ਇਸ ਤੂਫਾਨ ਦੇ ਵਿੱਚ ਕੀ ਇਹਦਾ ਫਾਇਦਾ ਚੱਕਣ ਦੀ ਕੋਸ਼ਿਸ਼ ਦੇ ਵਿੱਚ ਹੋਊਗਾ ਜੋ ਪਰਮੇਸ਼ਰ ਤੁਹਾਨੂੰ ਕਹਿ ਰਿਹਾ, ਤੇ ਉਹੀ ਸ਼ੈਤਾਨ ਵੀ ਕਰਨ ਦੀ ਕੋਸ਼ਿਸ਼ ਕਰੂਗਾ। And you will hear the whispers of the enemy whisper,
whisper. ਤੇ ਫਿਰ ਤੁਹਾਡੇ ਕੋਲੇ Has, ਉਹ ਇੱਕ ਸੁਣਨ ਦੀ ਇੱਕ ਕਹਿ ਲਓ ਵੀ ਸੁਣਨ ਦੀ ਪਰਖ ਦੀ ਆਤਮਾ ਕਹਿ ਸਕਦੇ ਜਿਹਨੂੰ ਨਹੀਂ whisper भैया whisper. ਹਾਂ कान में जैसा ਹਾਂ ਤੁਹਾਡੇ whispering ਕੰਨ करते ਦੇ हैं ना. ਵਿੱਚ ਕੁਛ ਨਾ ਕੁਛ ਇਸ ਤਰ੍ਹਾਂ ਦਾ ਸ਼ੈਤਾਨ ਦੀ ਤਰਫ ਤੋਂ ਬੋਲਿਆ ਜਾਊਗਾ हाँ, like when Jesus was tempted by Satan, ਜਾਂ oh, jump from here, you will not get hurt. Eat, make this stone bread out of these stones. Eat it. You know those type of things, and he will try to tempt. ਕਿਉਂਕਿ ਦੇਖੋ ਸ਼ੈਤਾਨ ਵੀ ਸਾਨੂੰ ਪਰਖਣ ਦੀ ਕੋਸ਼ਿਸ਼ ਕਰੇਗਾ ਇਸ ਤੂਫਾਨ ਦੇ ਵਿੱਚ ਉਹ ਕਿਸ ਤਰ੍ਹਾਂ ਸਾਨੂੰ ਪਰਤਾਵੇ 'ਚ ਪਾਵੇਗਾ ਜਿਵੇਂ ਪ੍ਰਭੂ ਯਿਸੂ ਮਸੀਹ ਨੂੰ ਸ਼ੈਤਾਨ ਨੇ ਪਾਇਆ ਸੀ ਉਹਦੇ ਕੰਨ 'ਚ ਜਾ ਕੇ ਕਿਹਾ ਸੀਗਾ ਕਿ ਤੂੰ ਇਸ ਪਹਾੜੀ ਤੋਂ ਕੁੱਦ ਜਾ ਜਾਂ ਪੱਥਰ ਨੂੰ ਕਦੇ ਰੋਟੀ ਹੋ ਜੇ ਠੀਕ ਹੈ ਕਿ ਇਸ ਤਰ੍ਹਾਂ ਦੇ ਸਾਡੇ ਮਨ ਸਾਡੇ ਕੰਨਾਂ ਦੇ ਵਿੱਚ ਆ ਕੇ ਪਾਏਗਾ ਕਿ ਅਸੀਂ ਉਹ ਤੂਫਾਨ ਦੇ ਵਿੱਚ ਜੋ ਪਰਮੇਸ਼ਰ ਨੇ ਸਾਡੇ ਲਈ ਭੇਜਿਆ ਹੈ, ਠੀਕ ਹੈ ਕਿ ਅਸੀਂ ਸ਼ੈਤਾਨ ਦਾ ਫਾਇਦਾ ਚੱਕ ਕੇ ਸਾਨੂੰ ਹਿਲਾ ਦੇਵੇ ਉੱਥੋਂ Your calling in your ministry will be tested. ਤੁਹਾਡੀ ਜਿਹੜੀ ਬੁਲਾਹਟ ਹੈ ਜੋ ਤੁਹਾਡੀ ਸੇਵਕਾਈ ਚਰਚ ਦੇ ਵਿੱਚ ਤੁਸੀਂ ਕਰ ਰਹੇ ਹੋ ਉਹ ਵੀ ਤੁਹਾਡੀ ਪਰਖੀ ਜਾਏਗੀ Because the enemy will not want you to be what you have come so far to be. ਕਿਉਂਕਿ ਸ਼ੈਤਾਨ ਨਹੀਂ ਚਾਹੁੰਦਾ ਕਿ ਜੋ ਚੀਜ਼ਾਂ ਦੇ ਵਿੱਚੋਂ ਤੁਸੀਂ ਨਿਕਲ ਕੇ ਹੁਣ ਤੱਕ ਇੱਥੋਂ ਆਏ ਹੋ ਇੱਥੋਂ ਤੱਕ ਆ ਗਏ ਹੋ ਉਹ ਨਹੀਂ ਚਾਹੁੰਦਾ ਕਿ ਅੱਗੇ ਤੁਸੀਂ ਜਾਓ ਇੱਥੋਂ Your priorities will be tested when you have to make a choice. ਤੇ Your ਤੁਹਾਡਾ ਜਿਹੜਾ priorities will be ਤੁਹਾਡੀ tested. ਪ੍ਰਾਇੋਰਟੀ ਤੁਹਾਡਾ ਪੱਖ ਦੇਖਿਆ ਜਾਣਾ ਹੈ ਕਿ ਤੁਸੀਂ ਕਿਹਨੂੰ ਦੇ ਰਹੇ ਹੋ ਠੀਕ ਹੈ ਪਹਿਲ ਕਿਹਨੂੰ ਦੇ ਰਹੇ ਹੋ ਉਹ ਚੀਜ਼ ਪਰਖੀ ਜਾਣੀ ਹੈ There will be a lot of temptations ਤੇ ਪਰਤਾਵੇ ਵੀ ਬੜੇ ਹੋਣੇ ਆ to do it your way, not God's way. ਤੇ ਇਸ ਤਰ੍ਹਾਂ ਦੇ ਪਰਤਾਵੇ ਹੋਣੇ ਕਿ ਆਪਣੇ ਤਰੀਕੇ ਇਸ ਤੂਫਾਨ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨਾ ਕਿ ਰੱਬ ਦੇ ਤਰੀਕੇ At the end, the bottom line will be it is going to be either you or God. ਤੇ ਫਿਰ ਆਖਰ ਦੇ ਵਿੱਚ ਕੀ ਆ ਜਾਊਗਾ ਲਾਸਟ ਦੇ ਵਿੱਚ ਬਿਲਕੁਲ ਕਿ ਜਾਂ ਤਾਂ ਤੂੰ ਹੈ ਜਾਂ ਪਰਮੇਸ਼ਰ ਹੈ ਇਸ ਤਰ੍ਹਾਂ ਦੇ ਹਾਲਾਤ ਬਣ ਜਾਣੇ ਆ This is going to be a very serious time for the church that we have never had in the last 3 years. ਤੇ ਇਹ ਬੜਾ ਹੀ ਕਹ ਲੋ ਇੱਕ ਸੀਰੀਅਸ ਸਮਾਂ ਹੈ ਠੀਕ ਹੈ 3 ਸਾਲਾਂ ਦੇ ਵਿੱਚ ਚਰਚ ਦੇ ਵਿੱਚ ਕਦੇ ਨਹੀਂ ਹੋਇਆ ਪਰ ਪਰਮੇਸ਼ਰ ਹੁਣ ਇਸ ਚੌਥੇ ਸਾਲ ਦੇ ਵਿੱਚ ਉਹ ਕਰ ਰਿਹਾ ਸੀਰੀਅਸ ਸਮਾਂ ਹੈ ਹੁਣ And God is so wise and so full of wisdom that He did not allow the storm to come first because He was laying a very good foundation, and He is now expecting that the foundation that has been laid in the lives of people, the word of God that has been spoken, the training, the teaching, with all this, God expects the church now to face the storm. ਕਿਉਂਕਿ ਦੇਖੋ 3 ਸਾਲਾਂ ਦੇ ਵਿੱਚ ਜੋ ਚਰਚ ਦੀ ਬੁਨਿਆਦ ਸੀਗੀ ਪਰਮੇਸ਼ਰ ਨੇ ਪਹਿਲਾਂ ਉਹ ਬੁਨਿਆਦ ਨੂੰ ਬਣਾਇਆ ਉਸ ਸਮੇਂ ਤੇ ਤੂਫਾਨ ਨੂੰ ਨਹੀਂ ਭੇਜਿਆ ਉਹਨੇ ਬੁਨਿਆਦ ਬਣਾਈ ਟੀਚਿੰਗ ਦੇ ਦੁਆਰਾ ਸਿੱਖਿਆ ਦੇ ਦੁਆਰਾ ਬਾਈਬਲ ਦੇ ਦੁਆਰਾ ਪ੍ਰਾਰਥਨਾ ਵਰਸ਼ਿਪ ਸਭ ਕੁਝ ਜੋ ਅਸੀਂ 3 ਸਾਲਾਂ ਦੇ ਵਿੱਚ ਕਰਕੇ ਆਪਣੀ ਬੁਨਿਆਦ ਨੂੰ ਮਜ਼ਬੂਤ ਕੀਤਾ ਪਰਮੇਸ਼ਰ ਨੇ ਸਾਡੀ ਨੂੰ ਕਿ ਬੁਨਿਆਦ ਅਸੀਂ ਹੁਣ ਮਜ਼ਬੂਤ ਕਰ ਲਈ ਹੈ ਕਿ ਹੁਣ ਅਸੀਂ ਉਸ ਤੂਫਾਨ ਦਾ ਸਾਹਮਣਾ ਕਰੀਏ And now He's asking us the question, do you really love me? ਤੇ ਹੁਣ ਪਰਮੇਸ਼ਰ ਇਸ ਸਮੇਂ ਤੇ ਸਾਨੂੰ ਫਿਰ ਤੋਂ ਕੁਐਸਚਨ ਕਰ ਰਿਹਾ ਕਿ ਸੱਚਮੁੱਚ ਤੁਸੀਂ ਮੈਨੂੰ ਪਿਆਰ ਕਰਦੇ ਹੋ Do you really love me? ਕਿ ਸੱਚਮੁੱਚ ਤੁਸੀਂ ਮੈਨੂੰ ਪਿਆਰ ਕਰਦੇ ਹੋ And He will want an answer when the storm will come. ਤੇ ਉਹਦਾ ਉੱਤਰ ਪਰਮੇਸ਼ਰ ਨੂੰ ਆਪਣੇ ਆਪ ਮਿਲ ਜਾਏਗਾ ਜਦੋਂ ਤੂਫਾਨ ਆਏਗਾ Amen. Because Amen. many will run away. Many will run away. ਤੇ ਬਹੁਤ ਨੇ ਜਿਹੜੇ ਭੱਜ ਜਾਣਗੇ ਉੱਥੋਂ Many will give up. ਤੇ ਬੜੇ ਨੇ ਜਿਹੜੇ ਆਪਣੀ ਹਾਰ ਮੰਨ ਲੈਣਗੇ Many will say, oh, enough is enough now. I cannot carry on because the ਕਈ- intensity of the storm will be too much. ਤੇ ਕਈ ਇਦਾਂ ਵੀ ਕਹਿਣਗੇ ਕਿ ਬਹੁਤ ਹੈ ਪਰਮੇਸ਼ਰ ਬਹੁਤ ਹੈ ਮੇਰੇ ਤੋਂ ਹੁਣ ਸਹਿ ਨਹੀਂ ਹੁੰਦਾ ਇਹ ਤੂਫਾਨ ਦੀ ਜੋ ਰਫ਼ਤਾਰ ਹੈ ਮੇਰੇ ਉੱਤੇ So that is why let's get our act right now. Let us get into the bond servant mentality so that what is coming, we will not just survive, but we will be overcoming and thriving in that situation. In ਤੇ Jesus' ਹੁਣ name. ਆਓ ਅਸੀਂ ਸਾਰੇ ਅਗਰ ਸਾਡਾ ਉਹ ਰਵੱਈਆ ਉਹ ਨਹੀਂ ਹੈ ਬੌਂਡ ਸਰਵੈਂਟ ਵਾਲਾ ਤਾਂ ਅੱਜ ਤੋਂ ਉਸ ਰਵੱਈਏ ਨੂੰ ਬਣਾਈਏ ਤਾਂ ਕਿ ਅਸੀਂ ਸਿਰਫ ਉਹਦੇ ਵਿੱਚ ਸਰਵਾਈ ਨਾ ਕਰੀਏ ਕਿ ਹਾਂ ਬਸ ਅਸੀਂ ਬਚਦੇ ਰਹੀਏ ਤੂਫਾਨ ਤੋਂ ਨਹੀਂ ਬਲਕਿ ਅਸੀਂ ਉਸ ਤੂਫਾਨ ਤੋਂ ਉੱਪਰ ਆਈਏ Amen. Can you please read Matthew 14:22 to 33? ਯਾ ਤੇ ਮੈਂ ਮਤੀ ਦੀ ਇੰਜੀਲ ਉਹਦਾ 14ਵਾਂ ਚੈਪਟਰ ਉਹਦੀ 22 ਤੋਂ ਲੈ ਕੇ 33 ਆਇਤ ਆਲ ਆਈ ਵਿਲ ਰੀਡ Yes, please. ਯਾ ਓਕੇ ਮਤੀ ਦੀ ਇੰਜੀਲ ਉਹਦਾ 14ਵਾਂ ਚੈਪਟਰ ਉਹਦੀ 22 ਤੋਂ ਲੈ ਕੇ ਮੈਂ 33 ਆਇਤ ਪੰਜਾਬੀ ਦੇ ਵਿੱਚ ਪੜਾਂਗਾ ਉਹਦੇ ਵਿੱਚ ਲਿਖਿਆ ਕਿ ਉਹਨੇ ਉਸ ਵੇਲੇ ਚੇਲਿਆਂ ਨੂੰ ਤਾਕੀਦ ਕੀਤੀ ਕਿ ਜਦ ਤੀਕਰ ਮੈਂ ਭੀੜ ਵਿਦਾ ਨਾ ਕਰਾਂ ਤੁਸੀਂ ਬੇੜੀ ਵਿੱਚ ਉੱਤੇ ਚੜ ਕੇ ਮੈਥੋਂ ਪਹਿਲਾਂ ਪਾਰ ਲੰਘੋ ਅਤੇ ਉਹਨੂੰ ਭੀੜ ਵਿਦਾ ਕਰਕੇ ਪ੍ਰਾਰਥਨਾ ਕਰਨ ਲਈ ਨਰਾਲੇ ਵਿੱਚ ਪਹਾੜ ਤੇ ਚੜ ਗਿਆ ਅਤੇ ਜਦ ਸੰਝ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ ਪਰ ਬੇੜੀ
ਉਸ ਵੇਲੇ ਝੀਲ ਵਿੱਚ ਲਹਿਰਾਂ ਦੇ ਮਾਰੀ ਡੋਲਦੀ ਸੀ, ਇਸ ਲਈ ਜੋ ਪਾਉਣ ਸਾਹਮਣੀ ਸੀਗੀ। ਅਤੇ ਰਾਤ ਦੇ ਚੌਥੇ ਪਹਿਰ ਉਹ ਝੀਲ ਦੇ ਉੱਤੇ ਉਹਨਾਂ ਵੱਲ ਤੁਰਦਾ ਹੋਇਆ ਆਇਆ, ਅਤੇ ਜਦ ਚੇਲਿਆਂ ਨੇ ਉਹਨੂੰ ਝੀਲ ਤੋਂ ਤੁਰਦਿਆਂ ਵੇਖਿਆ ਤਾਂ ਡੈਂਬਰ ਕੇ ਆਖਣ ਲੱਗੇ, ਇਹ ਭੂਤਨਾ ਹੈ, ਅਤੇ ਡਰਿਆ ਉੱਠੇ। ਪਰ ਯਿਸੂ ਨੇ ਝੱਟ ਉਹਨਾਂ ਨੂੰ ਆਖਿਆ, ਹੌਸਲਾ ਰੱਖੋ, ਮੈਂ ਹਾਂ, ਨਾ ਡਰੋ। ਤਦ ਪਤਰਸ ਨੇ ਉਹਨੂੰ ਉੱਤਰ ਦਿੱਤਾ, ਪ੍ਰਭੂ ਜੀ, ਜੇ ਤੂੰ ਹੈ ਤਾਂ ਮੈਨੂੰ ਪਾਣੀ ਦੇ ਉੱਤੇ ਆਪਣੇ ਕੋਲ ਆਉਣ ਦੀ ਆਗਿਆ ਦੇ। ਉਹਨੇ ਆਖਿਆ, ਆ। ਅਤੇ ਪਤਰਸ ਥੋੜੇ ਉੱਤਰ ਦੇ ਕੇ ਯਿਸੂ ਦੇ ਕੋਲ ਜਾਣ ਨੂੰ ਪਾਣੀ ਉੱਤੇ ਤੁਰਨ ਲੱਗਾ, ਪਰ ਪਾਉਣ ਵੇਖ ਕੇ ਡਰਿਆ, ਤੇ ਜਦ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ, ਪ੍ਰਭੂ ਜੀ, ਮੈਨੂੰ ਬਚਾ ਲੈ। ਅਤੇ ਝੱਟ ਯਿਸੂ ਨੇ ਹੱਥ ਲੰਮਾ ਕਰਕੇ ਉਹਨੂੰ ਫੜ ਲਿਆ ਤੇ ਉਹਨੂੰ ਆਖਿਆ, ਹੈ ਥੋੜੀ ਪ੍ਰਤੀਤ ਵਾਲਿਆ, ਤੂੰ ਕਿਉਂ ਭਰਮ ਕੀਤਾ? ਅਤੇ ਜਦ ਉਹ ਬੇੜੀ ਉੱਤੇ ਚੜ ਗਏ ਤਾਂ ਪੌਣ ਥੰਮ ਗਈ। ਫਿਰ ਜਿਹੜੇ ਲੋਕ ਬੇੜੀ ਉੱਤੇ ਸਨ, ਉਹਨਾਂ ਨੇ ਉਸ ਦੇ ਅੱਗੇ ਇਹ ਆ ਕੇ ਮੱਥਾ ਟੇਕਿਆ ਕਿ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਹੈ। ਆਮੀਨ। Amen, amen. Especially verse 28. ਤੇ ਖਾਸ ਵਚਨ ਜਿਹੜਾ 28 ਦੇ ਵਿੱਚ ਦੇਖੋ, Peter was walking on water. ਕਿ ਪਤਰਸ ਜਿਹੜਾ ਪਾਣੀ ਦੇ ਉੱਤੇ ਚੱਲ ਰਿਹਾ ਸੀਗਾ। This is something unheard of. Walking on water. ਤੇ ਇਹ ਕਹ ਲੋ ਵੀ ਬੜੀ ਅਜੀਬ, ਕਹ ਲੋ ਇੱਕ ਅਣਸੁਣੀ ਗੱਲ ਹੈ ਕਿ ਹੈ ਪਤਰਸ ਪਾਣੀ ਦੇ ਉੱਤੇ ਚੱਲਿਆ। He was doing the miraculous. ਇਹ ਇੱਕ ਚਮਤਕਾਰ ਸੀਗਾ। He was doing something supernatural. ਤੇ ਉਹ ਸੁਪਰਨੈਚੁਰਲ ਕਹਿ ਸਕਦੇ ਹਾਂ, ਕਿ ਹਰ ਇੱਕ ਚੀਜ਼ ਤੋਂ ਹਟ ਕੇ ਜਿਹਨੂੰ ਕਹਿ ਸਕਦੇ ਹਾਂ, ਉਹ ਚੀਜ਼ ਕੀਤੀ ਉਹਨੇ। And many of us, I believe, have come to a place that we have been, of course, not physically walking on water, but symbolically, we have been experiencing something of the divine. ਤੇ ਅਸੀਂ ਵੀ ਅੱਜ ਉਸੇ ਤਰ੍ਹਾਂ, ਮੈਂ ਨਹੀਂ ਕਹਿੰਦਾ ਕਿ ਸਰੀਰਕ ਤੌਰ ਤੇ ਤੁਸੀਂ ਪਾਣੀ ਦੇ ਉੱਤੇ ਚੱਲੋ, ਬਲਕਿ ਸਪਿਰਿਚੁਅਲੀ ਕੁਝ ਇਸ ਤਰ੍ਹਾਂ ਦੇ ਕਰੋ ਕਿ ਹਾਂ ਉਸ ਪਾਣੀ ਦੇ ਉੱਤੇ ਚੱਲਣ ਦੇ ਕਾਬਿਲ ਬਣੋ। ਕਾਬਿਲ ਬਣੋ ਨਹੀਂ, that we have already experienced in our lives. ਇਹਨਾਂ ਸਮੇਂ ਦੇ ਵਿੱਚ ਪਿੱਛੇ ਅਸੀਂ ਉਸ ਚੀਜ਼ ਦਾ ਆਲਰੇਡੀ ਕੀ ਹੈ ਐਕਸਪੀਰੀਅੰਸ ਕਰ ਲਿਆ, ਮਹਿਸੂਸ ਕਰ ਲਿਆ ਉਸ ਚੀਜ਼ ਨੂੰ। We have been experiencing God in such a way that it's like, it's unbelievable. Maybe there is excellency in our ministry, doors of visas, jobs are open for us, we are experiencing miracles, we are in the spirit, and we are walking on water in a way. ਤੇ ਅਸੀਂ ਇਸ ਚੀਜ਼ ਦਾ ਅਹਿਸਾਸ, ਇਸ ਚੀਜ਼ ਨੂੰ ਮਹਿਸੂਸ ਕਰ ਲਿਆ ਇਹਨਾਂ ਪਿਛਲੇ ਬੀਤੇ ਸਮਿਆਂ ਦੇ ਵਿੱਚ, ਆਪਣੀਆਂ ਜ਼ਿੰਦਗੀਆਂ ਦੇ ਵਿੱਚ, ਆਤਮਿਕ ਤੌਰ ਤੇ ਵੀ, ਠੀਕ ਹੈ, ਸਰੀਰਕ ਪੱਖ ਤੋਂ ਵੀ ਅਸੀਂ ਦੇਖ ਚੁੱਕੇ ਹਾਂ, ਠੀਕ ਹੈ, ਕਿ ਸਾਡੇ ਲਈ ਸਾਡੀਆਂ ਜਿਹੜੀਆਂ ਬੁਲਾਹਟਾਂ ਸੀਗੀਆਂ ਉਹਨਾਂ ਦੇ ਲਈ ਦਰਵਾਜ਼ੇ ਓਪਨ ਹੋ ਚੁੱਕੇ ਨੇ, ਸਾਡੇ ਵੀਜ਼ਿਆਂ ਦੇ ਲਈ ਸਾਡੇ ਕੰਮ ਹੋਣੇ ਸ਼ੁਰੂ ਹੋ ਚੁੱਕੇ ਨੇ, ਹਰ ਇੱਕ ਚੀਜ਼ ਦੇ ਲਈ ਅਸੀਂ ਕੀ ਹੈ ਇੱਕ ਪਾਣੀ ਦੇ ਉੱਤੇ ਚੱਲਣ ਦੀ ਤਰ੍ਹਾਂ ਕਹਿ ਸਕਦੇ ਸੀ, ਸਾਡੇ ਉਹਨਾਂ ਚੀਜ਼ਾਂ ਨੂੰ ਕੀ ਹੈ ਪਰਮੇਸ਼ਰ ਨੇ ਆਲਰੇਡੀ ਪੂਰੀਆਂ ਕੀਤਾ। And Peter is able to do this. Why? Because his eyes are fixed on Jesus. ਤੇ ਪਤਰਸ ਇਸ ਚੀਜ਼ ਦੇ ਕਾਬਿਲ ਬਣਿਆ ਕਿ ਉਹ ਪਾਣੀ ਦੇ ਉੱਤੇ ਚੱਲ ਸਕੇ, ਕਿਉਂਕਿ ਉਹਦੀਆਂ ਅੱਖਾਂ ਸੀ ਜਿਹੜੀਆਂ ਉਹ ਯਿਸੂ ਮਸੀਹ ਦੇ ਵੱਲ ਲੱਗੀਆਂ ਹੋਈਆਂ ਸੀਗੀਆਂ। His full focus, his full attention is on Jesus. ਕਿਉਂਕਿ ਉਹਦਾ ਪੂਰਾ ਧਿਆਨ, ਪੂਰਾ ਆਪਣਾ ਜਿਹੜਾ ਧਿਆਨ ਸੀਗਾ ਉਹ ਪਰਮੇਸ਼ਰ ਦੇ ਤਰਫ ਲੱਗਿਆ ਹੋਇਆ ਸੀ, ਪ੍ਰਭੂ ਯਿਸੂ ਮਸੀਹ ਦੀ ਤਰਫ। He's not looking up at the moon or the stars in the sky. He's not looking how many ships are there in that sea. He's not looking at his friends who are in the boat or whatever. He's not looking at anything at this moment. Nothing matters. And for him to walk on water, he has to see Jesus only. ਤੇ ਉਸ ਸਮੇਂ ਜਦੋਂ ਪਤਰਸ ਪਾਣੀ ਦੇ ਉੱਤੇ ਚੱਲਿਆ ਗਿਆ, ਉਹਦਾ ਧਿਆਨ ਸਿਰਫ ਤੇ ਸਿਰਫ ਪ੍ਰਭੂ ਯਿਸੂ ਮਸੀਹ ਵੱਲ ਸੀ। ਨਾ ਤਾਂ ਉਹਨੇ ਉੱਪਰ ਤਾਰਿਆਂ ਨੂੰ ਦੇਖਿਆ, ਨਾ ਉਹਨੇ ਦੇਖਿਆ ਕਿ ਆਸ-ਪਾਸ ਸ਼ਿਪਾਂ ਕਿੰਨੀਆਂ ਨੇ, ਠੀਕ ਹੈ, ਨਾ ਉਹਨੇ ਦੇਖਿਆ ਕਿ ਉਸ ਬੇੜੀ ਦੇ ਵਿੱਚ ਕਿੰਨੇ ਮੇਰੇ ਦੋਸਤ ਬੈਠੇ ਨੇ, ਬਲਕਿ ਉਹਨੇ ਕੀ ਹੈ ਬੇੜੀ ਚੋਂ ਉਤਰ ਕੇ ਪਾਣੀ ਤੇ ਜਦੋਂ ਚੱਲਣ ਦੀ ਕੋਸ਼ਿਸ਼ ਕਰਨੀ ਸੀ ਤਾਂ ਉਹਦਾ ਆਪਣਾ ਧਿਆਨ ਪੂਰਾ ਪ੍ਰਭੂ ਯਿਸੂ ਮਸੀਹ ਦੇ ਵੱਲ ਆਇਆ ਕਿ ਉਹ ਕਾਬਿਲ ਬਣ ਸਕੇ ਉੱਥੇ ਜਾਣ ਦੇ ਲਈ। And so as long as he is fixed on Jesus, he is walking on water. ਤੇ ਜਿੰਨਾ ਚਿਰ ਉਹਦਾ ਧਿਆਨ ਪ੍ਰਭੂ ਯਿਸੂ ਮਸੀਹ ਦੇ ਵੱਲ ਲੱਗਿਆ ਰਿਹਾ, ਉਹ ਪਾਣੀ ਦੇ ਉੱਤੇ ਚੱਲਦਾ ਗਿਆ। And don't forget that the wind that was there was already there when he started walking on water. But ਇਸ ਚੀਜ਼ ਦਾ ਥੋੜਾ ਜਿਹਾ ਖਿਆਲ ਰੱਖੋ ਕਿ ਜਿਹੜੀਆਂ ਲਹਿਰਾਂ, ਜਿਹੜੀਆਂ ਹਵਾਵਾਂ ਉਸ ਜਗ੍ਹਾ ਤੇ ਉੱਤੇ ਚੱਲ ਰਹੀਆਂ ਸੀਗੀਆਂ, ਠੀਕ ਹੈ, ਉਹ ਉਸੇ ਸਮੇਂ ਤੋਂ ਹੀ ਸੀਗੀਆਂ ਜਦੋਂ ਉਹਨੇ ਕੀ ਹੈ ਪਾਣੀ ਦੇ ਉੱਤੇ ਪੈਰ ਨੂੰ ਵੀ ਰੱਖਿਆ ਸੀ, ਉਸ ਤੋਂ ਪਹਿਲਾਂ ਹੀ ਚੱਲ ਰਹੀਆਂ ਸੀਗੀਆਂ। But the difference was when he took his eyes off Jesus, then he started feeling the wind and he got scared. ਪਰ ਜਦੋਂ ਉਹਦਾ ਧਿਆਨ ਸੀ ਜਿਹੜਾ ਪ੍ਰਭੂ ਯਿਸੂ ਮਸੀਹ ਤੋਂ ਥੋੜਾ ਜਿਹਾ ਸਾਈਡ ਤੇ ਹੋਇਆ, ਤਾਂ ਫਿਰ ਉਸ ਸਮੇਂ ਉਹਨੂੰ ਮਹਿਸੂਸ ਹੋਣੀਆਂ ਸ਼ੁਰੂ ਹੋਈਆਂ ਉਹ ਹਵਾਵਾਂ, ਉਹ ਲਹਿਰਾਂ ਜਿਹੜੀਆਂ ਉਸ ਸਮੇਂ ਆਈਆਂ ਹੋਈਆਂ ਸੀਗੀਆਂ।
and he started putting his focus on the situation now, the wind, ਤੇ the ਫਿਰ ਉਹਨੇ waves. ਤੇ ਫਿਰ ਉਹਨੇ ਉਸ ਸਮੇਂ ਤੇ ਆਪਣਾ ਧਿਆਨ ਕੀ ਹੈ, ਬਜਾਏ ਪ੍ਰਭੂ ਯਿਸੂ ਮਸੀਹ ਦੇ ਉਹਨੇ ਆਪਣਾ ਧਿਆਨ ਉਹਨਾਂ ਹਵਾਵਾਂ ਦੇ ਉੱਤੇ ਜੋ ਲਹਿਰਾਂ ਦੇ ਵਿੱਚ ਚੱਲ ਰਹੀਆਂ ਸੀ ਉਹਨਾਂ ਦੇ ਵੱਲ ਦੇਣਾ ਸ਼ੁਰੂ ਕਰ ਦਿੱਤਾ। And what happens next? ਤੇ ਉਸ ਤੋਂ ਬਾਅਦ ਫਿਰ ਅਗਲਾ ਹੋਇਆ ਕੀ? He starts getting drowned. ਤੇ ਫਿਰ ਉਹ ਕੀ ਹੈ, ਡੁੱਬਣ ਲੱਗਾ ਥੱਲੇ ਨੂੰ। And many of us have been experiencing Jesus. We have given him priority and we are doing great. We are going forward. But the moment we are attacked by a situation, boom, we start getting drowned because our eyes are taken off Jesus. ਕਿਉਂਕਿ ਕਈ ਮੇਰੇ ਭੈਣ ਭਰਾ ਇਦਾਂ ਦੇ ਆ ਜਿਹੜੇ ਪ੍ਰਭੂ ਯਿਸੂ ਮਸੀਹ ਤੇ ਇਮਾਨ ਲੈ ਕੇ ਵਿਸ਼ਵਾਸ ਕਰਕੇ ਅੱਖਾਂ ਉਹਦੇ ਵੱਲ ਲਾਉਂਦੇ ਨੇ, ਬੜੇ ਵੱਡੇ ਕੰਮ ਕਰਦੇ, ਆਪਣੀ ਬੁਲਾਹਟ ਦੇ ਵਿੱਚ ਵਧਦੇ ਜਾਂਦੇ ਆ, ਪਰ ਜਿਸ ਵੀ ਪਲ ਘੜੀ ਦੇ ਵਿੱਚ ਤੁਸੀਂ ਪ੍ਰਭੂ ਯਿਸੂ ਮਸੀਹ ਤੋਂ ਦੀਆਂ ਅੱਖਾਂ ਫਿਰ ਜਾਂਦੀਆਂ ਨੇ, ਉਹ ਸਭ ਕੁਝ ਕੀ ਆ, ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ, ਖਤਮ ਕਰ ਲੈਂਦੇ ਨੇ, ਕਿਉਂਕਿ ਉਹਨਾਂ ਦਾ ਧਿਆਨ ਸੀ ਜਿਹੜਾ ਹੋਰਨਾਂ ਚੀਜ਼ਾਂ ਵੱਲ ਵਗ ਗਿਆ, ਪ੍ਰਭੂ ਯਿਸੂ ਮਸੀਹ ਤੋਂ ਹਟ ਗਿਆ। Many of our church members are new believers. They did not know nothing of Jesus. When they came to the Lord, they started experiencing him. They started actually walking on water in many ways. ਤੇ ਅਸੀਂ ਇਹਨਾਂ ਨੂੰ ਕੁਝ ਤਰੀਕੇ ਇਸ ਤਰ੍ਹਾਂ ਕਹਿ ਸਕਦੇ, ਜਦੋਂ ਨਵੇਂ ਭੈਣ ਭਰਾ ਮਸੀਹ ਦੇ ਵਿੱਚ ਆਉਂਦੇ ਆ ਕਈ, ਠੀਕ ਹੈ, ਉਹ ਜਦੋਂ ਆਉਂਦੇ ਆ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਬਾਰੇ ਜ਼ਿਆਦਾ ਨਹੀਂ ਪਤਾ ਹੁੰਦਾ, ਪਰ ਜਦੋਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਜਾਣਨਾ ਸ਼ੁਰੂ ਕਰਦੇ ਆ, ਅਸੀਂ ਇੱਕ ਤਰੀਕੇ ਇਹ ਕਹਿ ਸਕਦੇ ਹਾਂ ਕਿ ਉਹ ਪਾਣੀ ਤੇ ਚੱਲ ਰਹੇ ਹੁੰਦੇ ਆ ਉਸ ਸਮੇਂ ਤੇ। Many of our leadership team, they didn't have experience from India or from anywhere or Cyprus, but they have learned in the last 3 years so much. God has raised them to walk on water. ਤੇ ਇਸੇ ਤਰ੍ਹਾਂ ਹੁਣ ਸਾਡੀ ਜਿਹੜੀ ਲੀਡਰਸ਼ਿਪ ਟੀਮ ਵੀ ਕਹਿ ਸਕਦੇ, ਜਿਨ੍ਹਾਂ ਨੇ ਇੰਡੀਆ ਦੇ ਵਿੱਚ ਜਾਂ ਕਿਤੇ ਵੀ ਹੋ ਸਕਦਾ ਨਹੀਂ ਸੀ ਸਿੱਖਿਆ, ਚਰਚ ਦੇ ਵਿੱਚ ਆ ਕੇ 3 ਸਾਲਾਂ ਦੇ ਵਿੱਚ ਉਹ ਸਿੱਖਿਆ ਨੂੰ ਲਿਆ, ਸਿੱਖ ਕੇ ਅੱਜ ਉਸ ਤਰੀਕੇ ਬਣ ਸਕੇ ਕਿ ਉਹ ਪਾਣੀ ਤੇ ਸਮੇਂ ਚੱਲਣ। And whoever will continue to have their focus on Jesus, not only will walk on water, they will be able to run on water. Hallelujah. The time is coming to run on water. ਜਿੰਨਿਆਂ ਦਾ ਵੀ ਧਿਆਨ ਪਰਮੇਸ਼ਰ ਦੇ ਵੱਲ ਲੱਗਿਆ ਹੋਇਆ ਹੈ, ਠੀਕ ਹੈ, ਉਹ ਸਿਰਫ ਪਾਣੀ ਤੇ ਚੱਲਣਗੇ ਨਹੀਂ ਬਲਕਿ ਭੱਜਣਗੇ, ਕਿਉਂਕਿ ਪਰਮੇਸ਼ਰ ਦੇ ਵੱਲ ਉਹਨਾਂ ਦੀ ਨਿਗਾਹ ਬਿਲਕੁਲ ਸਹੀ ਹੈ। Hallelujah. So the message, the word for the year 2022 is the storm is coming, but as Peter walked on water, focused on Jesus, you and I will be able, if we are focusing on Jesus, we will be able to run on water and the storm will not affect us. ਤੇ 2022 ਦਾ ਜਿਵੇਂ ਅੱਜ ਦਾ ਵਚਨ ਵੀ ਹੈ 2022 ਦੇ ਲਈ, ਪੂਰੇ ਈਅਰ ਦੇ ਲਈ, ਕਿ ਤੂਫਾਨ ਆ ਰਿਹਾ, ਪਰ ਪਰਮੇਸ਼ਰ ਨੇ ਨਾਲ ਕਿਹਾ ਕਿ ਜੇ ਤੂੰ ਪਤਰਸ ਵਾਂਗੂ ਪਾਣੀ ਤੇ ਚੱਲ ਰਿਹਾ ਹੈ ਤੇ ਧਿਆਨ ਪ੍ਰਭੂ ਯਿਸੂ ਮਸੀਹ ਦੇ ਵੱਲ ਹੈ, ਤਾਂ ਪਾਣੀ ਦੇ ਉੱਤੇ ਭੱਜੇਗਾ ਵੀ ਤੇ ਉਸ ਤੂਫਾਨ ਦਾ ਤੇਰੇ ਤੇ ਅਸਰ ਵੀ ਕੋਈ ਨਹੀਂ ਹੋਵੇਗਾ। Many of us have situations. The wind is a situation. ਹਾਂ, ਕਈ ਵਾਰ ਹਾਲਾਤ ਸਾਡੇ ਇਸ ਤਰ੍ਹਾਂ ਦੇ ਬਣ ਜਾਂਦੇ ਆ। And the wind is like one of the situations in this story. ਤੇ ਇਸ ਉਹ ਜਿਹੜਾ ਵੇਵਸ ਨੇ, ਜਿਹੜੀਆਂ ਕਹ ਲੋ ਲਹਿਰਾਂ ਨੇ, ਉਹ ਹਾਲਾਤ ਸਾਡੀ ਜ਼ਿੰਦਗੀ 'ਚ ਬਣ ਜਾਂਦੇ ਨੇ, ਹਵਾਵਾਂ, ਠੀਕ ਹੈ, ਤੇ ਉਸੇ ਤਰ੍ਹਾਂ ਦੇ ਹਾਲਾਤ ਸਾਡੀ ਜ਼ਿੰਦਗੀ 'ਚ ਹੈਗੇ ਨੇ ਹੁਣ ਵੀ। वेव्स की बात अच्छी की आपने, लेकिन मैंने विंड की बात की। विंड हवा। मैं हवा ही कह रहा था। हाँ, हवा। यस, या थैंक यू बस, या so we cannot put our focus on our situation and do something. ਤੇ ਅਸੀਂ ਆਪਣਾ ਜਿਹੜਾ ਹੁਣ ਧਿਆਨ ਹੈ ਆਪਣੇ ਉਹਨਾਂ ਹਾਲਾਤਾਂ ਦੇ ਬਾਰੇ, ਉਹਨਾਂ ਹਵਾਵਾਂ ਦੇ ਵੱਲ ਨਹੀਂ ਦੇਖ ਸਕਦੇ ਜੋ ਸਾਡੀ ਜ਼ਿੰਦਗੀ 'ਚ ਇਸ ਸਮੇਂ ਆ ਰਹੀਆਂ ਨੇ, ਬਲਕਿ ਅਸੀਂ ਉਹਨਾਂ ਨੂੰ ਦੇਖ ਕੇ ਉਹਦੇ ਉੱਤੇ ਕੰਮ ਨਹੀਂ ਕਰ ਸਕਦੇ। If Peter was asked a question by Jesus, ਅਗਰ you can speak fully. What happened to you, Peter? What do you think Peter must have told Jesus, or what would have been his answer? ਤੇ ਜਦੋਂ ਪਤਰਸ ਡੁੱਬਣ ਲੱਗਿਆ ਸੀਗਾ, ਉਹਨੇ ਕੁਐਸਚਨ ਕੀਤਾ ਸੀਗਾ ਪ੍ਰਭੂ ਯਿਸੂ ਮਸੀਹ ਨੂੰ, ਅਗਰ ਪਤਰਸ ਉੱਤੇ ਜਵਾਬ ਦਿੰਦਾ ਤਾਂ ਕੀ ਜਵਾਬ ਦਿੰਦਾ ਪਰਮੇਸ਼ਰ ਨੂੰ? I think it's a very simple answer. ਤੇ ਮੇਰੇ ਖਿਆਲ ਉਹਦੇ ਕੋਲ ਇੱਕ ਬੜਾ ਹੀ ਸਧਾਰਨ ਜਿਹਾ ਉੱਤਰ ਹੋਣਾ ਸੀਗਾ ਜਦੋਂ ਉੱਤਰ ਵੀ ਦਿੰਦਾ। Jesus, I should have just kept watching you and looking at you. I looked at the wind and the waves. I'm so sorry. ਤੇ ਉੱਥੇ ਉਹਨੇ ਕੀ ਕਹਿਣਾ ਸੀ ਪਤਰਸ ਨੇ, ਪ੍ਰਭੂ ਯਿਸੂ ਮਸੀਹ, ਜਿੰਨਾ ਚਿਰ ਮੇਰੀ ਨਿਗਾਹ ਸੀ ਤੇਰੇ ਤੇ ਮੈਂ ਠੀਕ ਸੀ, ਜਦੋਂ ਮੈਂ ਇੱਧਰ ਹਵਾਵਾਂ ਵੱਲ ਧਿਆਨ ਦਿੱਤਾ ਮੈਂ ਡੁੱਬਣਾ ਸ਼ੁਰੂ ਹੋ ਗਿਆ, ਸੌਰੀ, ਮਾਫ ਕਰੀ। Hallelujah. Praise the Lord. When Pastor Daigo came from Cyprus, ਤੇ ਜਦੋਂ ਪਾਸਟਰ ਡਿਆਗੋ ਸਾਈਪਰਸ ਦੇ ਵਿੱਚੋਂ ਆ ਕੇ ਗਏ, the next day or just few days after he came, I had a meeting with the helpers in the frontline team.
ਤੇ ਉਹਨਾਂ ਤੋਂ ਬਾਅਦ ਹੀ ਜਦੋਂ ਆਏ ਤੇ ਉਹਨਾਂ ਦੇ ਬਾਅਦ ਹੈਲਪਰ ਤੇ ਫਰੰਟਲਾਈਨ ਟੀਮ ਦੇ ਵਿੱਚ ਉਹਨਾਂ ਦੀ ਮੀਟਿੰਗ ਰਹੀ And ਪਾਸਟਰ ਜੋਨੀ ਦੀ I ਇਹਨਾਂ ਕ੍ਰਿਸ ਦੀ I clearly said in that meeting ਤੇ ਮੈਂ ਬੜੇ ਸਾਫ਼ ਸ਼ਬਦਾਂ ਦੇ ਵਿੱਚ ਹਰ ਇੱਕ ਨੂੰ ਕਿਹਾ ਸੀ ਉਸ ਮੀਟਿੰਗ ਦੇ ਵਿੱਚ that the position that God has given you, some of you in this team, that enemy wants to take that away from you. He wants to dislocate you. ਤੇ ਪਰ ਮੈਂ ਉਸ ਸਮੇਂ ਸਾਰਿਆਂ ਨੂੰ ਬੜੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਸੀ ਕਿ ਜੋ ਪਰਮੇਸ਼ਰ ਨੇ ਤੁਹਾਨੂੰ ਇੱਕ ਅਧਿਕਾਰ ਦਿੱਤਾ ਹੈ, ਜੋ ਇੱਕ ਪੋਜੀਸ਼ਨ ਦਿੱਤੀ ਹੈ ਗਰੁੱਪ ਦੇ ਵਿੱਚ ਆਉਣ ਦੇ ਲਈ ਇਨਕਰੇਜ ਜਾਂ ਹੈਲਪ ਜਾਂ ਫਰੰਟਲਾਈਨ ਟੀਮ ਦੇ ਵਿੱਚ, ਕਿ ਇਸ ਨੂੰ ਸੰਭਾਲ ਕੇ ਰੱਖੋ ਕਿ ਸ਼ੈਤਾਨ ਇਸ ਚੀਜ਼ ਨੂੰ ਤੁਹਾਨੂੰ ਤੋਂ ਉਸ ਚੀਜ਼ ਨੂੰ ਹਟਾਉਣਾ ਚਾਹੁੰਦਾ ਹੈ। The enemy will not rest. He will not rest. He will work 24/7. ਕਿਉਂਕਿ ਜਿਹੜਾ ਸ਼ੈਤਾਨ ਹੈ, ਜਿਹੜਾ ਸਾਡਾ ਦੁਸ਼ਮਣ ਹੈ, ਉਹ ਕਦੇ ਵੀ ਆਰਾਮ ਨਹੀਂ ਕਰਦਾ, ਬਲਕਿ ਉਹ 24/7 ਕਿ ਹਰ ਸਮੇਂ ਕੰਮ ਕਰਦਾ ਹੈ। Hallelujah. You will be able to hear a lot of voices from the background to do this, to do that. ਤੇ ਕਿਉਂਕਿ ਅਸੀਂ ਆਪਣੇ ਜਦੋਂ ਘਰਾਂ ਦੇ ਵਿੱਚ ਜਾਂਦੇ ਤੇ ਕਿਤੇ ਵੀ ਜਾਂਦੇ ਆ ਤਾਂ ਅਸੀਂ ਆਪਣੇ ਪਿੱਛੇ ਇੱਕ ਆਵਾਜ਼ਾਂ ਨੂੰ ਸੁਣਦੇ ਰਹਿੰਦੇ ਆ ਕਿ ਆ ਵੀ ਕਰ ਲਾ, ਆ ਵੀ ਕਰ ਲਾ, ਜਾਂ ਆ ਵੀ ਕਰ ਲਾ। You know, Abraham heard a voice, ਜਿਵੇਂ ਇਬਰਾਹਿਮ ਨੇ ਇੱਕ ਆਵਾਜ਼ ਸੁਣੀ ਸੀਗੀ, and it was the voice of his wife, ਕਿਉਂਕਿ ਉਹਦੀ ਆਵਾਜ਼ ਕਿਹਦੀ ਤਰਫ ਤੋਂ ਸੀ? ਉਹ ਆਵਾਜ਼ ਉਹਦੀ ਘਰ ਵਾਲੀ ਦੀ ਸੀਗੀ, not his servant, not some far away relative, rishtedar, but wife who is very close to him. ਤੇ ਉਹ ਜਿਹੜੀ ਆਵਾਜ਼ ਸੀ ਉਹ ਕੋਈ ਉਹਦੇ ਖਾਸ ਕਹਿ ਲਓ ਵੀ ਕੋਈ ਦੂਰ ਦਾ ਰਿਸ਼ਤੇਦਾਰ ਨਹੀਂ ਸੀਗਾ ਜਾਂ ਕੋਈ ਉਹਦਾ ਨੌਕਰ ਨਹੀਂ ਸੀਗਾ, ਬਲਕਿ ਉਹ ਖਾਸ ਆਵਾਜ਼ ਦੀ ਆਪਣੀ ਹੀ ਘਰ ਵਾਲੀ ਦੀ ਸੀਗੀ ਜਿਹੜੀ ਉਹਦੇ ਨੇੜੇ ਸੀ। And sometimes, you know, when close people who are very close to us, we think that yes, they mean very well for us, they want the best for us, but many times if they are not in the spirit, they will misguide us. ਤੇ ਕਈ ਵਾਰ ਅਸੀਂ ਸੋਚਦੇ ਕਿ ਜਿਹੜੇ ਤੇ ਅਸੀਂ ਸਾਡੇ ਮਿੱਤਰ ਯਾਰ ਦੋਸਤ ਕਰੀਬ ਦੇ ਨੇ, ਕਿਤੇ ਉਹ ਸਾਡੇ ਲਈ ਹਰ ਇੱਕ ਸਮਾਂ ਚੰਗਾ ਹੀ ਚਾਹਣਗੇ ਤੇ ਸਾਡੇ ਲਈ ਕਦੇ ਬੁਰਾ ਨਹੀਂ ਚਾਹੁੰਦੇ, ਪਰ ਖਾਸ ਕਰ ਕਈ ਵਾਰ ਇਦਾਂ ਦੀ ਗੱਲਬਾਤ ਹੋ ਜਾਂਦੀ ਹੈ ਕਿ ਅਗਰ ਉਹ ਆਤਮਿਕ ਤੌਰ ਤੇ ਸਹੀ ਨਹੀਂ ਜਾਂ ਕੁਝ ਗੱਲਬਾਤ ਨਹੀਂ ਤਾਂ ਸਾਨੂੰ ਮਿਸਗਾਈਡ ਕਰ ਸਕਦੇ, ਸਾਨੂੰ ਭਟਕਾ ਸਕਦੇ ਆ। Because Sarah, Abraham's wife, was led by emotions, not by the spirit. ਕਿਉਂਕਿ ਜਿਹੜੀ ਇਬਰਾਹਿਮ ਦੀ ਘਰ ਵਾਲੀ ਸੀਗੀ ਸਰਾ, ਠੀਕ ਹੈ, ਉਹਨੇ ਕੀ ਕੀਤਾ ਸੀ? ਉਹ ਆਤਮਾ ਤੋਂ ਦੁਆਰਾ ਜਾਂ ਪਰਮੇਸ਼ਰ ਦੀ ਤਰਫ ਤੋਂ ਦੁਆਰਾ ਨਹੀਂ ਸੀ ਉਹਨੂੰ ਬੋਲੀ, ਉਹ ਕੀ ਹੈ ਕਿ ਇਮੋਸ਼ਨ ਦੇ ਵਿੱਚ ਬਹਿ ਗਈ, ਭਾਵਕ ਹੋ ਗਈ ਤੇ ਉਹਨੇ ਉਹ ਗੱਲਾਂ ਉਹਦੇ ਨਾਲ ਕੀਤੀਆਂ। She was walking on water. ਤੇ ਉਹ ਕੀ ਹੈ? ਪਾਣੀ ਦੇ ਉੱਤੇ ਚੱਲਣ ਲੱਗੀ। She was walking on water. ਉਹ ਕੀ ਪਾਣੀ ਦੇ ਉੱਤੇ ਚੱਲ ਰਹੀ ਸੀਗੀ, But ਪਰ she was getting impatient. ਸਪੀਕ ਇਟ ਅਗੇਨ ਬ੍ਰਦਰ। She was getting impatient. ਉਹਦੇ ਕੋਲੇ ਸਬਰ ਨਹੀਂ ਰਿਹਾ ਸੀਗਾ। Huh. Because God had promised Abraham and Sarah a child, even in their old age. ਤੇ ਦੇਖੋ ਪਰਮੇਸ਼ਰ ਨੇ ਉਹਨਾਂ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਚਾਹੇ ਉਹ ਬਜ਼ੁਰਗ ਹੋ ਗਏ ਨੇ ਕਿ ਤੁਸੀਂ ਤੁਹਾਡੇ ਪੁੱਤਰ ਹੋਵੇਗਾ, ਉਹਨਾਂ ਨਾਲ ਵਾਅਦਾ ਕੀਤਾ ਸੀ, ਪਰ ਜਿਹੜਾ ਸਾਰਾ ਸੀ ਉਹਦਾ ਜਿਹੜੀ ਘਰ ਵਾਲੀ ਸੀ ਉਹਦੇ ਕੋਲੇ ਕਿਸੇ ਸਬਰ ਨਹੀਂ ਰਿਹਾ। And what does she do? She comes and tells Abraham, you know, you have missed the mistress Hagar. I think it would be a good idea. Why don't you just lie with her and then we will have a child? We need a child anyway. ਤੇ ਉਹਨਾਂ ਦੀ ਘਰ ਵਾਲੀ ਨੇ ਉਹ ਅਬਰਾਹਮ ਨੂੰ ਜਾ ਕੇ ਕਿਹਾ, ਕਹਿੰਦੀ ਕਿਉਂ ਨਾ ਚੰਗਾ ਹੋਵੇ ਕਿ ਤੂੰ ਮੇਰੀ ਜਿਹੜੀ ਆਪਣੀ ਨੌਕਰਾਨੀ ਹੈ ਤੂੰ ਉਹਦੇ ਨਾਲ ਜਾ ਕੇ, ਠੀਕ ਹੈ, ਸੌਵੇਂ ਤੇ ਤੂੰ ਉਸ ਤੋਂ ਇੱਕ ਪੁੱਤਰ ਨੂੰ ਜੰਮੇ, ਇੱਕ ਬੱਚੇ ਨੂੰ ਜੰਮੇ, ਕਿਉਂ ਨਾ ਅਸੀਂ ਉੱਥੋਂ ਬੱਚਾ ਲਈਏ। She took her eyes of Jesus, she took her eyes of the real deal, and then she made a big problem. ਤੇ ਉਹਨੇ ਕੀ ਆਪਣੀਆਂ ਅੱਖਾਂ ਨੂੰ ਪਰਮੇਸ਼ਰ ਦੀ ਤਰਫ ਤੋਂ, ਪ੍ਰਭੂ ਯਿਸੂ ਮਸੀਹ ਦੀ ਤਰਫ ਤੋਂ ਹਟਾ ਲਈਆਂ ਤੇ ਉਹ ਕੀ ਹੈ ਆਪਣੇ ਰਾਹ ਤੇ ਹੋ ਗਈ। What did she do? And ਕੀ also ਕੀਤਾ ਨੇ? Abraham, because she listened to his wife, made a big mistake of his life. ਕਿਉਂਕਿ ਉਹਨੇ ਫਿਰ ਕੀ ਕੀਤਾ? ਕਿਉਂਕਿ ਉਹਨੇ ਆਪਣੀ ਘਰ ਵਾਲੀ ਨੂੰ ਵੀ ਸੁਣਿਆ ਤੇ ਫਿਰ ਉਹਨੇ ਕੀ ਕੀਤਾ? ਉਹ ਵੱਡੀ ਗਲਤੀ ਆਪਣੀ ਜ਼ਿੰਦਗੀ ਦੀ ਉਹਨੇ ਇਬਰਾਹਿਮ ਨੇ ਕੀਤੀ। Instead of waiting for his Jacob, he got his Ishmael. ਤੇ ਉਹਨੇ ਕੀ ਹੈ, ਬਜਾਏ ਉਸ ਯਾਕੂਬ ਦੇ ਜਿਹੜਾ ਉਹਦੇ ਲਈ ਪਰਮੇਸ਼ਰ ਨੇ ਰੱਖਿਆ ਸੀਗਾ ਆਪਣਾ ਪੁੱਤਰ, ਉਹਦੇ ਬਜਾਏ ਉਹਨੇ ਨੌਕਰਾਨੀ ਤੋਂ ਪੁੱਤਰ ਲੈਣ ਦੀ ਜ਼ਿਆਦਾ ਇੱਛਾ ਜਤਾਈ। And I want to tell you that this storm that is coming, the enemy will want you to make a lot of Ishmaels, because he will not let you wait for your Jacobs. ਤੇ ਉਹ ਇਸੇ ਤਰ੍ਹਾਂ ਜਿਹੜਾ ਸ਼ੈਤਾਨ ਹੈ, ਸੌਰੀ ਜਿਹੜਾ ਤੂਫਾਨ ਹੈ, ਉਹ ਜਿਹੜਾ ਆ ਰਿਹਾ ਹੈ, ਉਹ ਚਾਹੁੰਦਾ ਕਿ ਤੁਹਾਡਾ ਆਪਣਾ ਪੁੱਤਰ ਹੋਣ ਦੀ ਬਜਾਏ ਤੁਸੀਂ ਜਿਵੇਂ ਇਬਰਾਹਿਮ ਨੇ ਕੀਤਾ ਕਿ ਉਸ ਤਰੀਕੇ ਕਰੋ, ਇਸ਼ਮਾਇਲ ਨੂੰ ਲਓ ਬਜਾਏ ਯਾਕੂਬ ਦੇ। So
So this coming season is going to be so important for many of us. It will be a defining factor. Defining factor translate कर सकेगा आप? या यू एक स्पीक इट फुल लाइन आई विल हाँ, डिफाइनिंग फैक्टर इसका मतलब इस ये करेगा तो फिर ये हो जाएगा डिफाइनिंग फैक्टर. स्पीक इट अगेन द फुल लाइन ब्रदर सो आई विल This season will be a defining factor for many of us. ਤੇ ਜਿਹੜਾ 2022 ਸਾਲ ਹੈ ਉਹ ਸਾਡੇ ਸਭਨਾਂ ਦੇ ਲਈ ਬਹੁਤ ਕੁਝ ਕਰਨ ਵਾਲਾ ਹੋਏਗਾ ਕਿ ਅਸੀਂ ਆ ਵੀ ਕਰ ਲਈਏ ਅਸੀਂ ਆ ਵੀ ਕਰ ਲਈਏ. And if you nail it well, you get it right, you will see that you'll be running on water. Otherwise, you're going to get drowned. ਤੇ ਜੇ ਤੁਸੀਂ ਉਸ ਚੀਜ਼ ਦੇ ਵਿੱਚ ਸਹੀ ਕਰਦੇ ਹੋਵੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਹਾਂ ਤੁਸੀਂ ਪੱਤਰਸ ਵਾਂਗੂ ਜਿਵੇਂ ਪਾਣੀ 'ਚ ਭੱਜੋਗੇ ਤੇ ਨਹੀਂ ਤੇ ਫਿਰ ਕੀ ਹੈ ਡਿੱਗ ਜਾਓਗੇ. Amen, amen. Proverbs 18 verse 3. ਕਹਾਵਤਾਂ ਉਹਦੀ 8 ਦੀ ਤੇ 18 ਵਰਸ 3. ਕਹਾਵਤਾਂ 18 ਦੀ 3. Just 1 minute. Yeah, no problem. Just 1 minute brother. ਜਾਂ ਕਹਾਵਤਾਂ 18 ਦੀ 3 ਉਹਦੇ ਵਿੱਚ ਦੇਖਦੇ ਅਸੀਂ ਕੀ ਲਿਖਿਆ. And after that also read okay, read. ਯਾ ਕਹਾਵਤਾਂ 18 ਦੀ 3 ਦੇ ਵਿੱਚ ਕੀ ਲਿਖਿਆ ਕਿ ਦੁਸ਼ਟਤਾ ਦੇ ਨਾਲ ਆਪਮਾਨ ਅਤੇ ਨਰਾਦਰੀ ਦੇ ਨਾਲ ਲਾਜ ਆਉਂਦੀ ਹੈ. ਆਮੀਨ. Amen. So in English it says a person who separates himself. What does that mean? Separates himself is doing his own thing. He seeks his own desire. ਤੇ ਇੰਗਲਿਸ਼ ਦੇ ਵਿੱਚ ਜਿਵੇਂ ਲਿਖਿਆ ਕਿ ਸੈਪਰੇਟ ਹੋਣਾ ਕਿਸੇ ਚੀਜ਼ ਤੋਂ ਵੱਖ ਹੋ ਜਾਣਾ ਤੇ ਫਿਰ ਵੱਖ ਹੋ ਕੇ ਕੀ ਆਪਣੀਆਂ ਚੀਜ਼ਾਂ ਨੂੰ ਕਰਦੇ ਆ ਜੋ ਉਹਨਾਂ ਨੇ ਕਰਨਾ ਹੁੰਦਾ. And this is not God's way. ਤੇ ਇਹ ਫਿਰ ਪਰਮੇਸ਼ਰ ਦੇ ਮੁਤਾਬਕ ਨਹੀਂ ਹੁੰਦੀ. If we are trying to do something and if you're doing in our own way, then it is not God's way. That is a clear sign. ਤੇ ਅਗਰ ਅਸੀਂ ਕੁਝ ਕਰ ਰਹੇ ਹਾਂ ਤੇ ਅਸੀਂ ਪਰਮੇਸ਼ਰ ਦੇ ਮੁਤਾਬਕ ਨਹੀਂ ਕਰ ਰਹੇ ਹਾਂ ਤੇ ਅਸੀਂ ਆਪਣੇ ਮੁਤਾਬਕ ਕਰ ਰਹੇ ਹਾਂ ਤੇ ਪੱਕਾ ਇੱਕ ਨਿਸ਼ਾਨ ਹੈ ਇੱਕ ਚਿੰਨ੍ਹ ਹੈ ਸਾਡੇ ਲਈ ਕਿ ਇਹਦੇ ਵਿੱਚ ਪਰਮੇਸ਼ਰ ਦੀ ਕੋਈ ਮਰਜ਼ੀ ਨਹੀਂ ਹੈ. So first is separation. That's what the enemy wants, that he separates people from the leadership or from the even you can call a pastor or let's say leadership, and then he uses or works on them to keep them blinded so that he can continue doing what he wants, the enemy wants through their lives. And when people give that permission, they are seeking their own desire and the enemy is working. It's a mixture, and then you don't have a good result. ਤੇ ਜਦੋਂ ਕਈ ਵਾਰ ਇਸ ਹਾਲਾਤ ਬਣ ਜਾਂਦੇ ਨੇ ਸ਼ੈਤਾਨ ਸਭ ਤੋਂ ਪਹਿਲਾਂ ਕੀ ਕਰਦਾ ਹੈ ਕਿ ਉਹਨਾਂ ਲੋਕਾਂ ਨੂੰ ਉਹਨਾਂ ਭੈਣਾਂ ਭਰਾਵਾਂ ਨੂੰ ਵੱਖ ਕਰਦਾ ਹੈ ਲੀਡਰਸ਼ਿਪ ਟੀਮ ਤੋਂ ਪਾਦਰੀਆਂ ਤੋਂ ਪਾਸਟਰਸ ਤੋਂ ਚਰਚ ਤੋਂ ਇਹਨਾਂ ਚੀਜ਼ਾਂ ਤੋਂ ਵੱਖ ਕਰਦਾ ਹੈ. ਫਿਰ ਵੱਖ ਕਰਕੇ ਉਹ ਕੀ ਕਰਦਾ ਹੈ ਉਹਨਾਂ ਦੇ ਮਨਾਂ ਦੇ ਵਿੱਚ ਉਹਨਾਂ ਸੋਚਾਂ ਨੂੰ ਪਾਉਂਦਾ ਕਿ ਉਹ ਸ਼ੈਤਾਨ ਉਹਨਾਂ ਦੀ ਜ਼ਿੰਦਗੀ 'ਚ ਕੰਮ ਕਰ ਸਕੇ. ਠੀਕ ਹੈ. ਤੇ ਜਦੋਂ ਫਿਰ ਉਹ ਕੰਮ ਕਰਦਾ ਉਹ ਆਪਣੇ ਤਰੀਕੇ ਕਰਾਉਂਦਾ ਤੇ ਜਦੋਂ ਫਿਰ ਆਖਰ ਦੇ ਵਿੱਚ ਨਤੀਜਾ ਆਉਂਦਾ ਹੈ ਤੇ ਉਹ ਨਤੀਜਾ ਜਿਹੜਾ ਸਹੀ ਨਹੀਂ ਹੁੰਦਾ. So this is a very clear sign when you are doing something on your own. It's a big dangerous thing to do because you are putting yourself in a place that now I can do it. I'm able to do it. I don't need anybody's advice. I don't need the pastor's involvement. I can do it on my own. And this is a big dangerous place to be in. ਤੇ ਉਸ ਸਮੇਂ ਤੇ ਫਿਰ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਠੀਕ ਹੈ ਤਾਂ ਉਸ ਸਮੇਂ ਕੀ ਹੈ ਫਿਰ ਸ਼ੈਤਾਨ ਉਹਨਾਂ ਚੀਜ਼ਾਂ ਨੂੰ ਯੂਜ਼ ਕਰਨੇ ਸ਼ੁਰੂ ਕਰ ਦਿੰਦਾ. ਉਸ ਸਮੇਂ ਫਿਰ ਅਸੀਂ ਕੀ ਸਮਝਦੇ ਜਦੋਂ ਅਸੀਂ ਕਹਿੰਦੇ ਆ ਕਿ ਹਾਂ ਇਸ ਚੀਜ਼ ਨੂੰ ਮੈਂ ਕਰ ਸਕਦਾ ਹੁਣ ਮੈਂ ਇਸ ਕਾਬਲ ਬਣ ਗਿਆ ਕਿ ਮੈਂ ਇਹਨੂੰ ਕਰ ਸਕਦਾ. ਠੀਕ ਹੈ. ਉਹ ਸਭ ਤੋਂ ਵੱਡਾ ਖਤਰਾ ਸਾਡੇ ਲਈ. ਠੀਕ ਹੈ. ਉਸ ਸਮੇਂ ਤੇ ਅਸੀਂ ਕੀ ਹੈ ਫਿਰ ਆਪਣੀ ਮਰਜ਼ੀ ਦੇ ਮੁਤਾਬਕ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਉਸ ਸਮੇਂ ਅਸੀਂ ਕਹਿੰਦੇ ਕਿ ਅਸੀਂ ਨਹੀਂ ਚਾਹੁੰਦੇ ਨਾ ਕਿਸੇ ਪਾਸਟਰ ਦੀ ਨਾ ਕਿਸੇ ਪਾਦਰੀ ਦੀ ਜਾਂ ਲੀਡਰਸ਼ਿਪ ਦੀ ਕੋਈ ਸਾਡੀ ਜ਼ਿੰਦਗੀ ਦੇ ਵਿੱਚ ਇਨਵੋਲਵਮੈਂਟ ਹੋਵੇ ਕਿ ਉਹਨਾਂ ਦੇ ਵਿੱਚ ਕੋਈ ਗੱਲਬਾਤ ਹੋਵੇ. And in times of storm, a person like this will not be able to face the storm. He will easily get drowned. Easily. ਤੇ ਅਗਰ ਤੁਸੀਂ ਉਸ ਹਾਲਾਤ ਦੇ ਵਿੱਚ ਅਗਰ ਅਸੀਂ ਕੋਈ ਵੀ ਮੇਰਾ ਭੈਣ ਭਰਾ ਉਸ ਸਮੇਂ ਅਸੀਂ ਹਾਲਾਤ ਦੇ ਵਿੱਚ ਹੈਗੇ ਜਿਹੜਾ ਇਦਾਂ ਚਾਹੁੰਦਾ ਨਹੀਂ ਹੈਗਾ ਠੀਕ ਹੈ ਤੇ ਪੱਕੀ ਗੱਲ ਹੈ ਕਿ ਉਹ ਜਿਹੜਾ ਤੂਫਾਨ ਆ ਰਿਹਾ ਉਹ ਨਹੀਂ ਚੱਲ ਸਕਣਗੇ ਉਸ ਚੀਜ਼ ਨੂੰ. ਉਹ ਡੁੱਬਣਗੇ. Because the person is not a bond servant. He is his own servant. ਤੇ ਜਿਹੜਾ ਬੌਂਡ ਸਰਵੈਂਟ ਜਿਹੜਾ ਪਰਮੇਸ਼ਰ ਦਾ ਸੇਵਕ ਨਹੀਂ ਬਣ ਸਕਿਆ ਉਹ ਕਾਹਦਾ ਸੇਵਕ ਹੈ ਉਹ ਫਿਰ ਆਪਣਾ ਆਪ ਦਾ ਹੀ ਸੇਵਕ ਹੈ. Hallelujah. Hallelujah. Read Proverbs 11 verse 14. Proverbs हाँ कवोता. Yeah, 11 verse 14. Okay. ਕਹਾਵਤਾਂ 11 ਦੀ 14 ਪੜਾਂਗੇ ਉਹਦੇ ਵਿੱਚ ਕੀ ਲਿਖਿਆ ਆਪਾਂ ਦੇਖਦੇ ਹਾਂ.
ਜਦੋਂ ਅਗਵਾਈ ਨਹੀਂ ਤਾਂ ਲੋਕ ਡਿੱਗ ਪੈਂਦੇ ਹਨ, ਪਰ ਬਹੁਤੇ ਸਲਾਹਾਂ ਨਾਲ ਬਚਾਇਓ ਹੈ। Amen. ਆਮੇਨ। In English it says, where there is no counsel, counsel का मतलब ਅਗਵਾਈ, सलाह, ਹੌਸਲਾ। agwai, whatever, ਹਮ, the people fall. ਕਿ ਜਦੋਂ ਕਿਸੇ ਤਰ੍ਹਾਂ ਦੀ ਕੋਈ ਸਲਾਹ ਨਹੀਂ ਹੁੰਦੀ ਜਾਂ ਕਿਸੇ ਤਰ੍ਹਾਂ ਦੀ ਕੋਈ ਅਗਵਾਈ ਨਹੀਂ ਹੁੰਦੀ ਤੇ ਲੋਕ ਕਿ ਡਿੱਗ ਪੈਂਦੇ ਨੇ, ਜਿਵੇਂ ਵਚਨ ਕਹਿੰਦਾ। But in the multitude of counselors, there is safety. ਤੇ ਜਿੱਥੇ ਬਹੁਤੇ ਸਲਾਹਕਾਰ ਹੋਣ ਉੱਥੇ ਬਚਾਅ ਹੈ। Of course, we are not talking about those friends who you drink with or who you do drugs with. I'm not talking about those guys. ਤੇ ਮੈਂ ਉਹਨਾਂ ਭੈਣਾਂ ਭਰਾਵਾਂ ਦੇ ਬਾਰੇ ਗੱਲ ਨਹੀਂ ਕਰ ਰਿਹਾ ਕਿ ਤੁਸੀਂ ਉਹਨਾਂ ਦੇ ਨਾਲ ਬੈਠੋ ਜਿਹੜੇ ਡਰੱਗਸ ਕਰ ਰਹੇ, ਨਸ਼ਾ ਕਰ ਰਹੇ ਜਾਂ ਕਿਸੇ ਚੀਜ਼ ਦੇ ਕਿਸੇ ਆਦੀ ਨੇ, ਕਿ ਤੁਸੀਂ ਉਹਨਾਂ ਨਾਲ ਬੈਠ ਕੇ ਬਿਹਤਰ ਸਲਾਹ ਲਓਗੇ। This is in the context of godly people, godly friendships. Say your dekbal leaders, say your pastors. ਤੇ ਇਹ ਉਹਨਾਂ ਦੇ ਨਾਲ ਗੱਲਬਾਤ ਕਹਿ ਸਕਦੇ ਹਾਂ ਅਸੀਂ ਕਿ ਸਲਾਹਕਾਰੀ ਵੀ ਉਹੀ ਬਿਹਤਰ ਹੈ ਕਿ ਜਿਹੜੀ ਤੁਹਾਡੇ ਦੇਖਭਾਲ ਟੀਮ ਦੇ ਲੋਕ ਦੇਣ ਜਾਂ ਤੁਹਾਡੇ ਪਾਦਰੀ ਦੇਣ, ਉਹਨਾਂ ਦੇ ਨਾਲ ਤੁਹਾਡੀ ਦੋਸਤੀ ਸਹੀ ਤੇ ਬਿਹਤਰ ਸਲਾਹ ਵਾਲੀ ਹੋਵੇਗੀ। Amen, amen. ਆਮੇਨ। So you want to be safe? ਤੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸੇਫ ਰਹੋ, ਬਚਾਏ ਜਾਓ, then listen to the counsel of the multitude. Godly people God gets given you. ਤੇ ਜਿਹੜੇ ਲੋਕ ਤੁਹਾਨੂੰ ਪਰਮੇਸ਼ਰ ਨੇ ਦਿੱਤੇ ਨੇ ਬਹੁਤੇ, ਠੀਕ ਹੈ, ਫਿਰ ਉਹਨਾਂ ਦੇ ਨਾਲ ਸਲਾਹ ਕਰਕੇ ਉਹਨਾਂ ਦੀ ਸੁਣੋ। And if you want to get drowned, then apply Proverbs 18 verse 3. You'll get easily drowned. I've got a scripture for that as well. ਤੇ ਫਿਰ ਅਗਰ ਤੁਸੀਂ ਕਿਸੇ ਦੀ ਗਵਾਹੀ ਕਿਸੇ ਦੀ ਨਹੀਂ ਕਰਨੀ ਚਾਹੁੰਦੇ, ਕੋਈ ਗੱਲਬਾਤ ਨਹੀਂ ਕਰਨੀ ਚਾਹੁੰਦੇ, ਤਾਂ ਜਿਵੇਂ ਕਹਾਵਤਾਂ ਦੀ 18:3 ਦੇ ਵਿੱਚ ਲਿਖਿਆ ਸੀਗਾ, ਠੀਕ ਹੈ, ਤਾਂ ਫਿਰ ਉਹ ਸਹੀ ਹੋਵੇਗੀ ਕਿ ਦੁਸ਼ਟਤਾ ਦੇ ਨਾਲ ਅਪਮਾਨ ਦੇ ਵਿੱਚ ਨਰਾਦਰੀ ਦੀ ਲਾਜ ਹੀ ਹੁੰਦੀ ਹੈ। ਹਾਲੇਲੂਇਆ। Yeah. No, I was just joking. I hope nobody will be like that, and I pray that we will be born servants to go forward and to get to the place where God wants us to be, walking on water, running on water, doing the miraculous, doing the supernatural, and being in the Spirit in Jesus' name. ਤੇ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਜਿੰਨੇ ਬੈਠੇ ਅਸੀਂ ਸਾਰੇ ਬਾਉਂਡ ਸਰਵੈਂਟ ਪਰਮੇਸ਼ਰ ਦੇ, ਇੱਕ ਅੱਛੇ ਸੇਵਕ ਆ ਪਰਮੇਸ਼ਰ ਦੇ, ਜਿਹੜੇ ਪਰਮੇਸ਼ਰ ਦੇ ਲਈ ਬਣੇ ਆ, ਠੀਕ ਹੈ। ਤੇ ਮੇਰੀ ਪ੍ਰਾਰਥਨਾ ਵੀ ਇਹੋ ਰਹੂਗੀ ਕਿ ਅਸੀਂ ਉਸ ਚੀਜ਼ ਨੂੰ ਕਰਦੇ ਜਾਈਏ ਤੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ। Amen, amen, amen. I am finishing with the last portion of scripture, I think, which is very important, which is Luke. It's a Christmas story, but not really a Christmas story for me to preach on, but it's a Christmas story. Luke chapter 2, 1 verse 6. ਤੇ ਹੁਣ ਮੈਂ ਆਖਰ ਦੇ ਵਿੱਚ ਜਾਵਾਂਗਾ, ਠੀਕ ਹੈ। ਇਹ ਕਹਿ ਲਓ ਵੀ ਵਚਨ ਹੈ ਇੱਕ ਕ੍ਰਿਸਮਸ ਦੇ ਟਾਈਮ ਦਾ, ਮੈਂ ਨਹੀਂ ਸੀ ਚਾਹੁੰਦਾ ਬਟ ਮੈਨੂੰ ਲੱਗ ਰਿਹਾ ਕਿ ਇਹਨੂੰ ਵੀ ਦੇਣਾ ਚਾਹੀਦਾ ਹੈ, ਠੀਕ ਹੈ। ਲੂਕਾ ਦੀ ਇੰਜੀਲ ਦੇ ਵਿੱਚ ਦੇਖਾਂਗੇ ਅਸੀਂ ਉਹਦੇ ਦੂਸਰੇ ਚੈਪਟਰ, ਉਹਦੀ ਪਹਿਲੀ ਤੋਂ ਲੈ ਕੇ 6 ਆਇਤ ਤੱਕ। Shall I read in ਪੰਜਾਬੀ? Please. ਯਾ ਉਹਦੇ ਦੂਜੇ ਦੀ 1 ਤੋਂ ਲੈ ਕੇ 6 ਆਇਤ ਤੱਕ ਦੇਖਾਂਗੇ ਕੀ ਲਿਖਿਆ। ਉਨੀ ਦਿਨੀ ਇਉਂ ਹੋਇਆ ਕਿ ਕੈਸਰ ਅਗੁਸਤੁਸ ਦੇ ਕੋਲੋਂ ਹੁਕਮ ਨਿਕਲਿਆ, ਜੇ ਸਾਰੀ ਦੁਨੀਆ ਵੀ ਮਰਦਮਸ਼ੁਮਾਰੀ ਹੋਵੇ। ਇਹ ਪਹਿਲੀ ਮਰਦਮਸ਼ੁਮਾਰੀ ਸੀ ਜੋ ਸੂਰੀਆਂ ਦੇ ਹਾਕਮ ਕੁਰੀਨਿਊਸ ਦੇ ਸਮੇਂ ਵਿੱਚ ਕੀਤੀ ਗਈ। ਤਦੋਂ ਸਭ ਆਪੋ ਆਪਣੇ ਨਗਰ ਨੂੰ ਨਾਉ ਲਿਖਵਾਉਣ ਚੱਲੇ, ਅਤੇ ਯੂਸਫ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਣੇ ਅਤੇ ਔਲਾਦ ਵਿੱਚੋਂ ਸੀ, ਗਲੀਲ ਦੇ ਨਾਸਰਤ ਅੱਗੋਂ ਨਗਰੋਂ ਯਹੂਦਿਆਂ ਵਿੱਚੋਂ ਦਾਊਦ ਦੇ ਨਗਰ ਨੂੰ ਜੋ ਬੇਤਲਹਮ ਕਹਾਉਂਦਾ ਹੈ ਗਿਆ, ਕਿ ਆਪਣੀ ਮੰਗ ਮਰੀਅਮ ਸਣੇ ਜੋ ਗਰਭਵਤੀ ਸੀ ਆਪਣਾ ਨਾਮ ਲਿਖਾਵੇ। ਅਤੇ ਇਉਂ ਹੋਇਆ ਕਿ ਉਹਨਾਂ ਦੇ ਉੱਥੇ ਹੁੰਦਿਆਂ ਮਰੀਅਮ ਦੇ ਜਨਨੇ ਦੇ ਦਿਨ ਪੂਰੇ ਹੋ ਗਏ। ਆਮੀਨ। Amen, amen. Now listen to this. Caesar Augustus had issued a decree, not decree. ਮਰਦਮਸ਼ੁਮਾਰੀ ਸਹੀ ਹੈ, ਹਾਂ। ਹੁਕਮ, ਤੇ ਹੁਕਮ। ਇਹ ਉਸ ਸਮੇਂ ਕੇਸਰ ਦੇ ਵਿੱਚ ਕੀ ਹੈ ਕਿ ਇੱਕ ਮਰਦਮਸ਼ੁਮਾਰੀ ਕੀਤੀ ਗਈ ਉਸ ਸਮੇਂ ਦੇ ਵਿੱਚ। And look at the timing of the Lord, that this was the time that Mary had to be in Bethlehem. ਤੇ ਉਹ ਦੇਖੋ ਕਿ ਮਰੀਅਮ ਉਸ ਸਮੇਂ ਬੇਤਲਹਮ ਦੇ ਵਿੱਚ ਨਹੀਂ ਸੀ, ਪਰ ਪਰਮੇਸ਼ਰ ਦਾ ਸਮਾਂ ਦੇਖੋ ਕਿਵੇਂ ਠਹਿਰਾਇਆ ਸੀ ਕਿ ਉਸ ਸਮੇਂ ਮਰਦਮਸ਼ੁਮਾਰੀ ਹੋਈ, ਜਿਹੜੀ ਪਹਿਲੀ ਮਰਦਮਸ਼ੁਮਾਰੀ ਸੀ, ਕਿ ਉਹ ਮਰੀਅਮ ਨੂੰ ਬੇਤਲਹਮ ਦੇ ਵਿੱਚ ਲੈ ਕੇ ਗਿਆ। 800 years ago, Prophet Micah had prophesied, I can feel the Holy Spirit, prophesied that Jesus will be born in Bethlehem. ਤੇ ਉਸ ਤੋਂ 800 ਸਾਲ ਪਹਿਲਾਂ ਦੀ ਗੱਲ ਹੈ, ਜਿੱਥੇ ਮਿਕਾ ਨਬੀ ਨੇ ਕਿਹਾ ਸੀ, ਇੱਕ ਭਵਿੱਖਬਾਣੀ ਕੀਤੀ ਸੀਗੀ ਕਿ ਜਿਹੜਾ ਯਿਸੂ ਮਸੀਹ ਹੈ, ਠੀਕ ਹੈ, ਉਹ ਬੇਤਲਹਮ ਦੇ ਵਿੱਚ ਪੈਦਾ ਹੋਵੇਗਾ।
And Mary had all the reasons not to go to Bethlehem. She was now very near to give birth. And Nazareth to Bethlehem was 157 kilometers, and she had to go on a donkey. ਤੇ ਦੇਖੋ ਉਹ ਮਰੀਮ ਦੇ ਕੋਲੇ ਬੜੇ ਕਾਰਨ ਸੀ ਉੱਥੇ ਨਾ ਜਾਣ ਦੇ, ਮਰਦਮਸ਼ੁਮਾਰੀ ਲਈ ਨਾਮ ਲਿਖਾਉਣ ਦੇ, ਕਿਉਂਕਿ ਜਦੋਂ ਨਾਸਰਤ ਤੋਂ ਬੈਤਲਹਮ ਜਾਣਾ ਸੀ 157 ਕਿਲੋਮੀਟਰ ਦਾ ਸਫ਼ਰ ਸੀ ਤੇ ਉਹਨਾਂ ਨੇ ਜਾਣਾ ਵੀ ਖੋਤੇ ਦੇ ਉੱਤੇ ਚੜ ਕੇ ਸੀਗਾ। ਠੀਕ ਹੈ, ਉਹਨਾਂ ਦੇ ਲਈ ਆਸਾਨ ਨਹੀਂ ਸੀ ਕਿਉਂਕਿ ਉਹਦੇ ਆਖਰੀ ਦਿਨ ਸੀਗੇ ਪ੍ਰੈਗਨੈਂਸੀ ਦੇ, ਕਹੋ ਗਰਭਵਤੀ ਦੇ। It's like I say to Davinder, get ready. I'm sending a donkey tomorrow. Get Ramandeep ready. You are going to 157 kilometers journey. Get ready. ਤੇ ਹੁਣ ਜਿਵੇਂ ਕਿ ਪਾਸਟਰ ਜੀ ਹੁਣ ਮੈਨੂੰ ਕਹਿਣੇ ਸਮੇਂ ਤੇ ਜਿਵੇਂ ਰਮਨ ਦੇ ਹਾਲਾਤ ਨੇ, ਪ੍ਰੈਗਨੈਂਸੀ ਗਰਭਵਤੀ ਆ ਉਹ, ਠੀਕ ਹੈ, ਕਿ ਉਹ ਪਾਸਟਰ ਜੀ ਕਹਿਣ ਮੈਂ ਤੇਲੇ ਇੱਕ ਖੋਤਾ ਭੇਜ ਰਿਹਾ ਇੱਥੇ ਕਿ ਤੂੰ ਰਮਨ ਨੂੰ ਉਹਦੇ ਉੱਤੇ ਲੈ ਕੇ 157 ਕਿਲੋਮੀਟਰ ਜਾ। It is very important. You have to be in Bethlehem, Ramandeep. You need to get on the donkey. ਤੇ ਕਿ ਉਹਨਾਂ ਨੇ ਕਿਹਾ ਕਿ ਹਾਂ ਕਿ ਇਹ ਤੇਰੇ ਲਈ ਬਹੁਤ ਜ਼ਰੂਰੀ ਹੈ ਰਮਨਦੀਪ, ਕਿ ਤੂੰ ਜਾ ਉੱਥੇ ਇਸ ਖੋਤੇ ਦੇ ਉੱਤੇ ਬੈਠ ਕੇ, ਤੇਰੇ ਲਈ ਬਹੁਤ ਜਾਣਾ ਜ਼ਰੂਰੀ ਹੈ ਬੇਤਲਹਿਮ ਦੇ ਵਿੱਚ। And Ramandeep will say, how it is possible? I am giving birth very soon. I am having a big tummy to be on a donkey, and it's not going to be possible, Pastor. ਤੇ ਰਮਨਦੀਪ ਉੱਥੇ ਕੀ ਉੱਤਰ ਦੇਊਗੀ? ਇਹ ਦੇ ਸਕਦੇ ਕਿ ਹਾਂ ਇਹ ਮੇਰੇ ਲਈ ਆਸਾਨ ਨਹੀਂ ਹੈਗਾ ਕਿ ਮੈਂ ਖੋਤੇ ਤੇ ਬੈਠ ਕੇ ਇੱਕ ਗਰਭਵਤੀ ਹੋ ਕੇ ਜਿੱਥੇ ਮੇਰੇ ਆਖਰੀ ਦਿਨ ਚੱਲ ਰਹੇ ਨੇ, ਠੀਕ ਹੈ, ਕਿ ਮੈਂ ਕਿੱਥੇ ਏਡੀ ਦੂਰ ਜਾਵਾਂਗੀ ਪਾਸਟਰ ਜੀ। And there will be a lot of voices. Sunny will say, oh, come on, Davinder, do you think this is the right thing? Akash is also staying with them. Akash will say, oh, come on. I don't think Pastor should have at least done a taxi. Why is he sending a donkey? And Munish will say, my goodness, 157 kilometers is like going from Punjab to Delhi. Come on, forget about it. ਤੇ ਉੱਥੇ ਕੀ ਆ, ਬਹੁਤ ਸਾਰੀਆਂ ਆਵਾਜ਼ਾਂ ਵੀ ਨੇ ਜਿਹੜੀਆਂ ਰਮਨ ਦੇ ਕੰਨਾਂ ਦੇ ਵਿੱਚ ਆਉਣਗੀਆਂ। ਹੋ ਸਕਦਾ ਸਣੀ ਇੱਕ ਆਵਾਜ਼ ਦੇ ਵਿੱਚ ਕਹੂਗਾ ਕਿ ਹਾਂ ਇਹ ਸਹੀ ਚੀਜ਼ ਹੈ ਜੋ ਪਾਦਰੀ ਨੇ ਕਹੀ ਹੈ, ਤੁਸੀਂ ਜਾਓ, ਠੀਕ ਹੈ। ਹੋ ਸਕਦਾ ਆਕਾਸ਼ ਕਵੇ ਕਿ ਪਾਸਟਰ ਜੀ ਨੇ ਖੋਤਾ ਭੇਜਿਆ ਸਾਨੂੰ 157 ਕਿਲੋਮੀਟਰ ਇਸ ਗਰਭਵਤੀ ਦੇ ਨਾਲ, ਕਿਉਂ ਨਾ ਉਹਨਾਂ ਨੇ ਟੈਕਸੀ ਕਿਉਂ ਨਾ ਭੇਜੀ ਕਿ ਤੂੰ ਜਾ ਉਹਦੇ ਵਿੱਚ ਆਰਾਮਦਾਇਕ। ਹੋ ਸਕਦਾ ਮਨੀਸ਼ ਕਵੇ ਕਿ 157 ਕਿਲੋਮੀਟਰ ਨਹੀਂ 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 ਨਹੀਂ, ਇਹ ਤੇ ਸਹੀ ਨਹੀਂ ਹੈਗਾ। And Davinder is confused. He is the man of the house. What shall we do? But Pastor has said, it is important to be in Bethlehem. So we are going. We are going no matter what. And Mary had all the reasons not to go there. But God had a plan. God had prophesied 800 years ago that Mary had to be in Bethlehem. And she does not consider her situation. How near she is to give birth to. But she obeys the decree of Caesar Augustus. For us it is God. In those days it was Caesar who had given the decree, but now we are living by the Spirit, and whatever the Spirit of God is saying to us, we do it. And Mary goes, and Mary gives birth in Bethlehem, and the prophecy of Micah, which was 800 years ago prophesied, was fulfilled in Jesus' name. ਕਿ ਉਸੇ ਤਰ੍ਹਾਂ ਜਿਵੇਂ ਕਿ ਫਿਰ ਮੈਂ ਇੱਕ ਕਨਫਿਊਜ਼ਨ ਦੇ ਵਿੱਚ ਆ ਜਾਵਾਂਗਾ, ਮੈਂ ਫੈਸਲਾ ਕਰਨ ਦੇ ਲਈ ਕੀ ਕਰਾਂਗਾ? ਫਿਰ ਮੈਂ ਇਹੋ ਸੋਚਾਂਗਾ ਕਿ ਘਰ ਦਾ ਮੋਢੀ ਹੋਣ ਦੇ ਨਾਤੇ ਹਾਂ ਕਿ ਪਰਮੇਸ਼ਰ ਦਾ ਫੈਸਲਾ ਇਹ ਸਹੀ ਹੈ ਕਿ ਮੈਨੂੰ ਜਾਣਾ ਚਾਹੀਦਾ। ਸੋ ਉਹੀ ਫੈਸਲਾ ਜਿਹੜਾ ਮਰੀਮ ਨੇ ਉਸ ਸਮੇਂ ਤੇ ਕੀਤਾ। ਉਹ ਕਨਫਿਊਜ਼ ਸੀ, ਪਰ ਉਸ ਸਮੇਂ ਮਰੀਮ ਇਹ ਵੀ ਬੈਠੀ ਕਿ ਬਹਿਤਲਾਮ ਦੇ ਵਿੱਚ ਮੈਨੂੰ ਜਾਣਾ ਚਾਹੀਦਾ, ਠੀਕ ਹੈ, ਕਿ ਇਹ ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਕਿੱਥੇ ਬੱਚੇ ਨੂੰ ਜਨਮ ਦੇ ਸਕਦੀ ਹੈ, ਉਹਨੂੰ ਇਹ ਵੀ ਨਹੀਂ ਸੀ ਪਤਾ, ਪਰ ਉਹਨੇ ਫਿਰ ਵੀ ਫੈਸਲਾ ਕੀਤਾ ਕਿ ਪਰਮੇਸ਼ਰ ਦੀ ਤਰਫ ਤੋਂ ਜੋ ਇਸ ਸਮੇਂ ਮਰਦਮਸ਼ੁਮਾਰੀ ਹੋ ਰਹੀ ਹੈ, ਮੈਨੂੰ ਉੱਥੇ ਜਾਣਾ ਚਾਹੀਦਾ, ਤਾਂ ਕਿ ਉਹ ਜਿਹੜੀ ਮਿਕਾਹ ਦੀ ਪ੍ਰੋਫੈਸੀ 800 ਸਾਲ ਪਹਿਲਾਂ ਹੋਈ ਸੀਗੀ, ਕੀਤੀ ਸੀ ਕਿ ਯਿਸੂ ਮਸੀਹ ਬੇਤਲਾਮ ਦੇ ਵਿੱਚ ਜਨਮ ਲਵੇਗਾ, ਕਿ ਉਹ ਫੁੱਲਫਿਲ ਹੋਈ। Amen. Amen. God wants to do big things in your life, but some of us need to get on the donkey and start going to Bethlehem. ਤੇ ਇਸੇ ਕਰਕੇ ਪਰਮੇਸ਼ਰ ਸਾਡੀ ਜ਼ਿੰਦਗੀ 'ਚ ਬਹੁਤ ਵੱਡੇ ਕੰਮ ਕਰਨਾ ਚਾਹ ਰਿਹਾ ਹੈ, ਤੇ ਹੁਣ ਸਾਨੂੰ ਜ਼ਰੂਰਤ ਹੈ ਕਿ ਅਸੀਂ ਉਸ ਖੋਤੇ ਦੇ ਉੱਤੇ ਬੈਠੀਏ ਤੇ 157 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬੇਤਲਹਮ ਜਾਈਏ। Hallelujah. Hallelujah. And of course, I was joking about this donkey and this 157 kilometers. But in those days, this was a long journey. ਤੇ ਮੈਂ ਚਾਹੇ ਇੱਕ ਮਜ਼ਾਕ ਦੇ ਵਿੱਚ ਤੁਹਾਨੂੰ ਕਹਿ ਰਿਹਾ ਕਿ ਇੱਕ ਖੋਤੇ ਦੇ ਉੱਤੇ 157 ਕਿਲੋਮੀਟਰ ਦਾ ਸਫ਼ਰ, ਪਰ ਸੋਚੋ ਇਹ ਚੀਜ਼ ਹੋਈ ਸੀਗੀ, ਠੀਕ ਹੈ, ਤੇ ਉਸ ਸਮੇਂ ਦੇ ਵਿੱਚ 157 ਕਿਲੋਮੀਟਰ ਦਾ ਸਫ਼ਰ ਬਹੁਤ ਵੱਡਾ ਕਹਿ ਸਕਦੇ ਹਾਂ ਅਸੀਂ। And even in those days, there were dacoits who could have attacked on the way. When they came to Bethlehem, we know that there was no place for them. Nobody was letting them in. But that did not stop God to fulfill his promise that he had said through prophet Micah.
ਤੇ ਇਹ ਹਾਲਾਤ ਸੀ ਜਦੋਂ ਆ ਵੀ ਰਹੇ ਸੀ, ਇਸ ਤਰ੍ਹਾਂ ਦੇ ਵੀ ਸੀਗੇ ਕਿ ਕੋਈ ਵੀ ਅਟੈਕ ਕਰ ਸਕਦਾ ਸੀ, ਕੋਈ ਹਮਲਾ ਕਰ ਸਕਦਾ ਸੀ, ਉਹਨਾਂ ਦੇ ਜਾਣ ਦੇ ਵਿੱਚ ਕੁਝ ਵੀ ਹੋ ਸਕਦਾ ਸੀਗਾ। ਠੀਕ ਹੈ, ਜਦੋਂ ਬੈਤਲਹਮ ਵੀ ਗਏ, ਉਹਨਾਂ ਕੋਲ ਉੱਥੇ ਰਹਿਣ ਦੀ ਜਗ੍ਹਾ ਤੱਕ ਨਹੀਂ ਸੀਗੀ, ਪਰ ਫਿਰ ਵੀ ਪਰਮੇਸ਼ਰ ਨੇ ਉਸ ਚੀਜ਼ ਨੂੰ ਕੀ ਹੈ, ਹਾਲਾਤ ਨੂੰ ਇਸ ਤਰ੍ਹਾਂ ਬਣਾਇਆ ਕਿ ਉਹ ਪ੍ਰੋਫੈਸੀ ਜੋ ਮਿਕਾ ਦੀ ਤਰਫ ਤੋਂ ਆਈ ਸੀਗੀ ਉਸ ਸਮੇਂ ਦੇ ਵਿੱਚ ਪਰਮੇਸ਼ਰ ਦੇ ਨਬੀ ਦੇ ਦੁਆਰਾ, ਕਿ ਉਹਨੂੰ ਪੂਰੀ ਕਰ ਸਕੇ, ਕਿ ਉਹਦਾ ਜਨਮ ਉੱਥੇ ਹੋ ਸਕੇ। Amen. One more thing that they could have thought, oh, why do we need to go to Bethlehem? Can we just try to do the registration in Nazareth and somehow explain that, if it is possible? No, they obeyed. They obeyed. And it has to be simple. Obedience brings blessing. Obedience brings blessing. Just obey God. Don't do your own thing, because you need to walk on water. Don't get drowned. ਤੇ ਉਹ ਇਹ ਵੀ ਕਹਿ ਸਕਦੇ ਸੀ, ਸ਼ਾਇਦ ਕਿਸੇ ਨੂੰ ਭੇਜ ਦਿੰਦੇ ਕਿ ਸਾਡਾ ਨਾਮ ਉੱਥੇ ਜਾ ਕੇ ਲਿਖਾ ਦਿਓ ਜਾਂ ਰਜਿਸਟਰਡ ਕਰਾ ਦਿਓ ਨਾਸਰਤ ਤੋਂ, ਹਨਾ, ਕਿਸੇ ਨੂੰ ਭੇਜ ਸਕਦੇ ਸੀ ਬੇਤਲਹਮ ਦੇ ਲਈ, ਪਰ ਨਹੀਂ, ਉਹਨਾਂ ਨੇ ਪਰਮੇਸ਼ਰ ਦੇ ਪ੍ਰਤੀ ਜਾਗਰੂਕ ਹੋਏ, ਉਸ ਆਵਾਜ਼ ਨੂੰ ਸੁਣਿਆ, ਉਸ ਚੀਜ਼ ਨੂੰ ਕੀਤਾ, ਗਏ। ਉਸੇ ਤਰ੍ਹਾਂ ਸਾਨੂੰ ਵੀ ਅੱਜ ਜ਼ਰੂਰਤ ਹੈ ਕਿ ਅਸੀਂ ਉਹਦੀ ਆਵਾਜ਼ ਨੂੰ ਸੁਣੀਏ। ਉਹਨਾਂ ਨੇ ਆਪਣੇ ਤਰੀਕੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਤੇ ਉਸੇ ਤਰ੍ਹਾਂ ਅਸੀਂ ਵੀ ਆਪਣੇ ਤਰੀਕੇ ਕੁਝ ਵੀ ਕਰਨ ਦੀ ਕੋਸ਼ਿਸ਼ ਨਾ ਕਰੀਏ, ਕਿਉਂਕਿ ਸਮਾਂ ਹੈ ਕਿ ਅਸੀਂ ਹੁਣ ਪਾਣੀ ਦੇ ਉੱਤੇ ਚੱਲਣਾ ਹੈ, Amen. ਨਾ ਕਿ Amen. ਡੁੱਬਣਾ। Amen. Amen. So my prayer is that we will be able to overcome this storm and we will become bond servants in the name of Jesus. ਤੇ ਮੇਰਾ ਪੂਰਾ ਵਿਸ਼ਵਾਸ ਹੈ ਕਿ ਇਸ ਤੂਫਾਨ ਦੇ ਵਿੱਚੋਂ ਅਸੀਂ ਬਿਲਕੁਲ ਸਹੀ ਸਲਾਮਤ ਜਾਵਾਂਗੇ ਤੇ ਅਸੀਂ ਇੱਕ ਅੱਛੇ ਤੇ ਬਿਹਤਰ ਸੇਵਕ ਬਣ ਜਾਵਾਂਗੇ ਪ੍ਰਭੂ ਯਿਸੂ ਮਸੀਹ ਦੇ। Amen. Amen.